सतनाम श्री वाहिगुरु साहिब जी। हमें अवगुण भरे एक गुण नाही, अमृत छाट बिखै बिख खाई। माया मोह भरम पै भूले, सुत दारा स्यों प्रीत लगाई। एक उत्तम पंथ सुनियो गुर संगत, देह मिलंत जम त्रास मिटाई। एक अरदास पाठ कीरत की, एक अरदास पाठ कीरत की। गुरु रामदास राखो सरनाई। हम ऐसे तू ऐसा माधो, हम ऐसे तू ऐसा माधो। हम ऐसे तू ऐसा माधो, हम ऐसे तू ऐसा माधो। हम ऐसे तू ऐसा माधो, हम ऐसे तू ऐसा माधो। 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 हम ऐसे करते, हम निर्गुण तू दाता। हम मूर्ख तुम चतुर सियाणे, तू सर्व कला का ज्ञाता माधो। हम ऐसे तू ऐसा, हम पापी तुम पाप खंडन। नीको ठाकुर देसा रहाओ, तुम सब साजे साज निवाजे। जियो पिंड दे प्राणा, निर्गुण यारे गुण नहीं कोई। तुम दान देहो मेहरबाना, तुम करो भला हम भलो ना जाने हैं। तुम सदा सदा दयाला, तुम सुखदाई पुरख विधाते। तुम
राखो हो अपने बाला, तुम निधान अटल सुल्तान। जी जंत सब जाचै, कहो नानक हम इह हवाला। राख संतन कै पाछै, हम मैले उजल कर देवो। हम मैले उजल कर देवो। मैले उजल कर देवो। हम 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 मैले जी हम मैले उजल कर देवो। 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 हम अपराधी गुनहगार हम बेमुख मंदा। चोर यार जुहार हम पर घर जो हंदा। निंदक दुष्ट हराम खोर ठग देस ठगंदा। काम क्रोध मद लोभ मोह अहंकार करंदा। विसास घाती अकिरत घण मैं को ना रखंदा। सिमर मुरीदां ढाडियां सतगुर बख्शंदा। परम सत्कारयोग हाजरा हजूर ज़ारा ज़हूर सर्व कला भरपूर जुगो जुग अटल ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਸਾਜੀ ਅਤੇ ਨਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ ਅਦਬ ਸਤਿਕਾਰ ਸਹਿਤ ਗੁਰਫਤਿਹ ਦੀ ਸਾਂਝ ਪਾਓ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਭਾਗ ਸਮਾਂ ਸਤਸੰਗ ਦਾ ਪ੍ਰਾਪਤ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਪ੍ਰਾਪਤ ਕਰ ਰਹੇ ਹਾਂ। ਪਿਛਲੇ ਕਾਫੀ ਲੰਮੇਰੇ ਸਮੇਂ ਤੋਂ ਮਹਾਰਾਜ ਦੇ ਦਰ ਘਰ ਦੀ ਸਿਫਤ, ਮਹਾਰਾਜ ਦੇ ਦਰੋਂ ਘਰੋਂ ਵਰਸਾਇਆ ਹੋਇਆਂ ਦੀ ਸਿਫਤ ਆਪ ਜੀ ਸਰਵਣ ਕਰਦੇ ਆ ਰਹੇ। ਗੁਰਬਾਣੀ ਕਹਿੰਦੀ ਹੈ ਜੀ ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ। ਨਿਰਗੁਣ ਰੂਪ ਪਰਮੇਸ਼ਰ ਜਿਸ ਦੇ ਬਾਰੇ ਕਲਗੀਧਰ ਮਹਾਰਾਜ ਕਹਿੰਦੇ ਨੇ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ रूप रंग अर रेख भेख को कह ना सकत के। पर उस श्री अकाल पुरख वाहिगुरू जी दी जे सिफत करनी होवे तां उहदे प्यारियां दी जिहड़ी सिफत है महाराज जी कहंदे ने उस वाहिगुरू दी सिफत ही है। तो आप जी महाराज दे बख्शे होए उदम दा सदका, महाराज दे रहमतां दा सदका पिछले काफ़ी दिनों तो लगातार ਮਹਾਰਾਜ ਦੇ ਦਰੋਂ ਘਰੋਂ ਪਰਮੇਸ਼ਰ ਦੇ ਰੂਪ ਉਹਨਾਂ ਮਹਾਨ ਸੰਤਾਂ ਮਹਾਂਪੁਰਖਾਂ ਭਗਤ ਸਾਹਿਬਾਨਾਂ ਦੇ ਪਵਿੱਤਰ ਜੀਵਨ ਦੀ ਵਿਚਾਰ ਬਹੁਤ ਪਿਆਰ ਦੇ ਨਾਲ ਸਰਵਣ ਕਰਦੇ ਆ ਰਹੇ ਹਾਂ। ਬੜਾ ਇੱਕ ਸੁਭਾਗਾ ਸਮਾਂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਔਰ ਇਸ ਵਕਤ ਦੀ ਜਿਹੜੀ ਵੱਡੀ ਆਪਾਂ ਨੂੰ ਸਾਧ ਸੰਗਤ ਜੀ ਸਹੂਲਤ ਹੈ ਇਸ ਮੀਡੀਆ ਦੇ ਰਾਹੀਂ ਸਰੀਰ ਕਰਕੇ ਆਪਾਂ ਕਿਤੇ ਵੀ ਬੈਠੇ ਹਾਂ ਆਪਣੀ ਸੁਰਤ ਕਰਕੇ ਸਤਸੰਗ ਦੇ ਵਿੱਚ ਹਾਜ਼ਰ ਹੋ ਸਕਦੇ ਹਾਂ। ਪ੍ਰੇਮ ਦੇ ਨਾਲ ਉਹਨਾਂ ਪਿਆਰਿਆਂ ਦੀ ਸਿਫਤ ਸੁਣ ਸਕਦੇ ਹਾਂ। ਔਰ ਆਪ ਜੀ
ਵੱਡੀ ਗਿਣਤੀ ਦੇ ਵਿੱਚ ਦੇਸ਼ ਵਿੱਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਬੈਠੇ ਆਪ ਜੀ ਹਰ ਜਸ ਦਾ ਲਾਹਾ ਲੈਂਦੇ ਹੋ। ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਜੀਵਨ ਦੀਆਂ ਕੁਝ ਵਿਚਾਰਾਂ ਆਪ ਜੀ ਪਿਛਲੇ ਦਿਨਾਂ ਤੋਂ ਸਰਵਣ ਕਰਦੇ ਆ ਰਹੇ ਹੋ। ਕਬੀਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਬਾਬਤ ਆਪ ਜੀ ਨੇ ਉਹਨਾਂ ਦੇ ਜੀਵਨ ਦੀਆਂ ਕੁਝ ਕੁ ਘਟਨਾਵਾਂ ਪਿਛਲੇ ਸਤਸੰਗ ਦੇ ਦੌਰਾਨ ਸੁਣੀਆਂ ਨੇ। ਇੱਕ ਦਿਨ ਐਸਾ ਹੋਇਆ ਕਿ ਕਬੀਰ ਸਾਹਿਬ ਜੀ ਮਹਾਰਾਜ ਨੂੰ ਕੋਈ ਪ੍ਰੇਮੀ ਆ ਕੇ ਕਹਿਣ ਲੱਗਿਆ, ਕਹਿੰਦਾ ਮਹਾਰਾਜ ਮੈਂ ਆਪਣੇ ਮਾਤਾ ਪਿਤਾ ਦਾ ਸਰਾਧ ਕਰਨਾ ਹੈ ਤੇ ਤੁਸੀਂ ਸਾਡੇ ਘਰ ਪ੍ਰਸ਼ਾਦਾ ਭੋਜਨ ਛਕਣ ਆ ਸਕਦੇ ਹੋ। ਕਬੀਰ ਸਾਹਿਬ ਜੀ ਮਹਾਰਾਜ ਉਹਨੂੰ ਪ੍ਰੇਮੀ ਨੂੰ ਕਹਿਣ ਲੱਗੇ, ਕਹਿੰਦੇ ਸਰਾਧ ਕਿਉਂ ਕਰੀਦਾ ਤੇ ਇਹਦਾ ਭਾਵ ਕੀ ਹੈ, ਮਤਲਬ ਕੀ ਹੈ? ਉਹ ਕਹਿੰਦਾ ਜੀ ਇੱਦਾਂ ਸੁਣਿਆ ਵੀ ਸ਼ਾਸਤਰਾਂ ਦੇ ਵਿੱਚ ਲਿਖਿਆ ਹੋਇਆ, ਜਿਹੜੇ ਧਰਮ ਦੇ ਪ੍ਰਚਾਰਕ ਨੇ ਉਹ ਇਹ ਗੱਲ ਕਹਿੰਦੇ ਨੇ ਵੀ ਜਿਹਦੇ ਨਿਮਿਤ ਸਰਾਧ ਖਿਲਾਇਆ ਜਾਂਦਾ ਹੈ, ਉਹ ਛਕਾਇਆ ਹੋਇਆ ਭੋਜਨ, ਉਹ ਦਾਨ ਕੀਤੇ ਹੋਏ ਵਸਤਰ, ਉਹ ਉਹਦੇ ਤਾਈਂ ਪੁੱਜ ਜਾਂਦੇ ਨੇ, ਉਹਦੀ ਸਹਾਇਤਾ ਹੁੰਦੀ ਹੈ। ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਪ੍ਰੇਮੀਆਂ, ਮੋਇਆਂ ਤੋਂ ਬਾਅਦ ਕੀਤਾ ਹੋਇਆ ਦਾਨ, ਛਕਾਇਆ ਹੋਇਆ ਪ੍ਰਸ਼ਾਦਾ ਪਤਾ ਨਹੀਂ ਪੁੱਜਦਾ ਜਾਂ ਨਹੀਂ ਪੁੱਜਦਾ, ਇਹਦੇ ਬਾਰੇ ਕੋਈ ਜ਼ਿੰਮੇਵਾਰੀ ਨਹੀਂ ਚੱਕ ਸਕਦਾ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਵੀ ਇਸ ਸਰਾਧ ਕਰਨ ਦੀ ਰੀਤੀ ਤੇ ਕਟਾਕਸ਼ ਕਰਦਿਆਂ ਹੋਇਆਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ, ਕਹਿੰਦੇ ਐ ਪ੍ਰੋਹਤ, ਜੇ ਮੰਨ ਲਈਏ ਵੀ ਤੁਹਾਨੂੰ ਛਕਾਇਆ ਹੋਇਆ ਬਜ਼ੁਰਗਾਂ ਤੇ ਪੁੱਜਦਾ ਹੈ, ਤਾਂ ਕਹਿੰਦੇ ਜੇ ਕੋਈ ਚੋਰ ਚੋਰੀ ਕਰਕੇ ਆਪਣੇ ਪਿਤਰਾਂ ਦਾ, ਆਪਣੇ ਬਜ਼ੁਰਗਾਂ ਦਾ ਸਰਾਧ ਕਰੇ ਤੇ ਸਰਾਧ ਦੇ ਵਿੱਚ ਜੋ ਕੁਛ ਉਹ ਦਾਨ ਕਰ ਰਿਹਾ ਹੈ ਉਹ ਉਹਨੇ ਚੋਰੀ ਕੀਤਾ ਹੋਇਆ। ਉਹ ਚੋਰੀ ਕੀਤਾ ਹੋਇਆ ਸਮਾਨ ਜਦੋਂ ਉਹਦੇ ਸਰਾਧ ਕੀਤਾ ਜਿਨ੍ਹਾਂ ਨਿਮਿਤ ਉਹਨਾਂ ਬਜ਼ੁਰਗਾਂ ਦੇ ਕੋਲ ਪਹੁੰਚੇਗਾ, ਹੁਣ ਜਿਨ੍ਹਾਂ ਦੇ ਘਰੋਂ ਚੋਰੀ ਹੋਈ ਹੈ ਉਹਨਾਂ ਦੇ ਬਜ਼ੁਰਗ ਵੀ ਉੱਥੇ ਗਏ ਹੋਏ ਹੋਣਗੇ, ਕਹਿੰਦੇ ਉਹ ਪਛਾਣ ਲੈਣਗੇ ਸਮਾਨ ਵੀ, ਇਹ ਤਾਂ ਸਾਡੇ ਘਰੋਂ ਚੋਰੀ ਹੋ ਕੇ ਆਇਆ, ਇਹ ਤਾਂ ਸਾਡੇ ਘਰੋਂ ਚੋਰੀ ਹੋਇਆ ਹੋਇਆ ਸਮਾਨ ਜਿਹੜਾ ਇਹਨਾਂ ਨੂੰ ਇਹਨਾਂ ਦੇ ਬੱਚਿਆਂ ਨੇ ਸ਼ਰਾਧ ਦੇ ਵਿੱਚ ਖਿਲਾਇਆ ਤੇ ਇੱਥੇ ਪਹੁੰਚਿਆ। ਮਹਾਰਾਜ ਸਾਹਿਬ ਜੀ ਨੇ ਆਸਾ ਦੀ ਵਾਰ ਵਿੱਚ ਵਚਨ ਲਿਖੇ ਨੇ, ਕਹਿੰਦੇ ਜੇ ਮੁਹਾਕਾ ਘਰ ਮੋਹੈ, ਘਰ ਮੋਹੇ ਪਿਤਰੀ ਦੇ ਅੱਗੇ ਵਸਤ ਸਿਆਣੀ ਹੈ। ਅੱਗੇ ਗਿਆ ਵਸਤੂਆਂ ਪਛਾਣੀਆਂ ਜਾਣੀਆਂ ਨੇ, ਪਹਿਚਾਣੀਆਂ ਜਾਣੀਆਂ ਨੇ, ਤੇ ਫਿਰ ਜਦੋਂ ਪਤਾ ਲੱਗ ਜਾਣਾ ਵੀ ਇਹਦਾ ਚੋਰੀ ਦਾ ਸਮਾਨ ਹੈ ਜਿਹੜਾ ਸਰਾਧ ਰਾਹੀਂ ਆਇਆ ਹੈ, ਫਿਰ ਕੀ ਹੋਏਗਾ? ਜਿਹਦੇ ਕੋਲੋਂ ਚੋਰੀ ਦਾ ਸਮਾਨ ਫੜਿਆ ਜਾਵੇ ਉਹਨੂੰ ਇਹ ਚੋਰ ਕਿਹਾ ਜਾਂਦਾ ਹੈ। ਆਖੋ ਸਤਨਾਮ। ਜਿਹਦੇ ਕੋਲੋਂ ਚੋਰੀ ਦਾ ਸਮਾਨ ਫੜਿਆ ਜਾਏ ਨਾ, ਚੋਰੀ ਕਰਨ ਵਾਲਾ ਜਿਹੜਾ ਮਰਜ਼ੀ ਹੋਵੇ ਉਹ ਵੀ ਵਿੱਚੇ ਹੀ ਲਪੇਟ ਵਿੱਚ ਆ ਜਾਂਦਾ ਹੈ, ਜਿਹਦੇ ਕੋਲੋਂ ਚੋਰੀ ਦਾ ਸਮਾਨ ਫੜਿਆ ਜਾਏ। ਤੇ ਹੁਣ ਚੋਰੀ ਦਾ ਸਮਾਨ ਫੜਿਆ ਜਾਣਾ ਜਿਹੜੇ ਬਜ਼ੁਰਗਾਂ ਦੇ ਕੋਲੋਂ, ਕਹਿੰਦੇ ਉਹਨਾਂ ਨੂੰ ਪਰਲੋਕ ਦੇ ਵਿੱਚ ਗਿਆ ਨੂੰ ਵੀ ਕਲੰਕ ਲੱਗ ਜਾਣਾ ਵੀ ਤੁਸੀਂ ਚੋਰ ਹੋ। ਜੇ ਮੁਹਾਕਾ ਘਰ ਮੋਹੈ, ਘਰ ਮੋਹੇ ਪਿਤਰੀ ਦੇ ਅੱਗੇ ਵਸਤ ਸਿਆਣੀ ਹੈ, ਪਿਤਰੀ ਚੋਰ ਕਰੇ। ਹੁਣ ਕਹਿੰਦੇ ਕੱਲੇ ਉਹਨਾਂ ਨੂੰ ਹੀ ਨਹੀਂ ਕਲੰਕ ਲੱਗਣਾ, ਐ ਪ੍ਰੋਤ ਜੀ ਤੁਸੀਂ ਵੀ ਵਿੱਚ ਹੀ ਲਪੇਟੇ ਦੇ ਆ ਜਾਓਗੇ, ਕਿਉਂਕਿ ਜਿਹੜਾ ਬੰਦਾ ਚੋਰੀ ਦਾ ਸਮਾਨ ਲਿਜਾ ਕੇ ਕਿਸੇ ਨੂੰ ਦਿੰਦਾ ਹੈ ਉਹ ਵੀ ਵਿੱਚ ਹੀ ਦੋਸ਼ੀ ਮੰਨਿਆ ਜਾਂਦਾ ਹੈ। ਕਹਿੰਦੇ ਹੁਣ ਤੁਸੀਂ ਇਹ ਜ਼ਿੰਮੇਵਾਰੀ ਚੱਕੀ ਹੋਈ ਹੈ ਵੀ ਇਹ ਸਮਾਨ ਤੁਸੀਂ ਜਿਹੜਾ ਸਾਨੂੰ ਦਾਨ ਕਰਦੇ ਹੋ ਅਸੀਂ ਤੁਹਾਡੇ ਬਜ਼ੁਰਗਾਂ ਤਾਈਂ ਪਹੁੰਚਾਵਾਂਗੇ। ਇਹਦਾ ਮਤਲਬ ਇਹ ਹੈ ਵੀ ਚੋਰੀ ਦਾ ਸਮਾਨ ਤੁਸੀਂ ਗਾਹਾਂ ਪਹੁੰਚਾਓਗੇ ਨਾ, ਤੁਸੀਂ ਦਲਾਲੀ ਕਰ ਰਹੇ ਹੋ, ਇੱਕ ਤੋਂ ਦੂਜੀ ਥਾਂ ਸਮਾਨ ਪਹੁੰਚਾਉਣ ਦੀ ਦਲਾਲੀ ਤੁਸੀਂ ਕਰ ਰਹੇ ਹੋ। ਤੇ ਹਜ਼ੂਰ ਕਹਿੰਦੇ ਜੀ ਵੱਢੀਏ ਹੱਥ ਦਲਾਲ ਕੇ, ਇਹ ਦਲਾਲੀ ਕਰਨ ਵਾਲੇ ਦਲਾਲ ਦੇ ਹੱਥ ਵੀ ਵਿੱਚੇ ਵੱਢੇ ਜਾਣਗੇ। ਵੱਢੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ। ਮਹਾਰਾਜ ਜੀਆਂ ਨੂੰ ਪੁੱਛਿਆ ਸੀ, ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸੋ ਵੀ ਅੱਗੇ ਕੋਈ ਚੀਜ਼ ਸਹਾਇਤਾ ਕਰਦੀ ਹੈ ਇੱਦਾਂ ਕਿ ਨਹੀਂ ਕਰਦੀ?
ਮਾਰੇ ਕਹਿੰਦੇ ਨਾਨਕ ਅੱਗੇ ਸੋ ਮਿਲੈ, ਜੇ ਖੱਟੇ ਘਾਲੇ ਦੇ। ਹੱਥੀਂ ਕਿਰਤ ਕਰਕੇ ਦਸਾਂ ਨਵਾਂ ਦੀ, ਜੇ ਕੋਈ ਆਪਣੇ ਹੱਥੀਂ ਆਪਣੇ ਜਿਉਂਦੇ ਜੀ ਦਾਨ ਕਰ ਲਵੇ, ਪੁੰਨ ਕਰ ਲਵੇ, ਲੋੜਵੰਦਾਂ ਦੀ ਮਦਦ ਕਰ ਦੇਵੇ, ਕਹਿੰਦੇ ਉਹ ਤੇ ਮਿਲ ਜਾਂਦਾ ਹੈ। ਪਰ ਜੇ ਕੋਈ ਆਖੇ ਵੀ ਇੱਦਾਂ ਚੋਰੀ ਦਾ ਸਮਾਨ, ਠੱਗੀ ਠੋਰੀ ਦਾ ਸਮਾਨ, ਬੇਈਮਾਨੀ ਕਰਕੇ ਲੋਕਾਂ ਦਾ ਗਲ ਘੁੱਟ ਕੇ, ਕਹਿੰਦੇ ਐ ਨਹੀਂ ਮਿਲਦਾ ਕਦੇ ਵੀ। ਤੇ ਜੇ ਮਿਲਦਾ ਹੈ ਤਾਂ ਫਿਰ ਉਹ ਵੀ ਚੋਰ ਬਣ ਜਾਣਗੇ ਜਿਨ੍ਹਾਂ ਕੋਲੇ ਚੋਰੀ ਦਾ ਸਮਾਨ ਜਾਊ। ਹੁਣ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਆ, ਕਹਿੰਦੇ ਪ੍ਰੇਮੀਆਂ, ਜਦੋਂ ਮਾਤਾ ਪਿਤਾ ਜਿਉਂਦੇ ਹੁੰਦੇ ਐ, ਤੁਹਾਡੇ ਕੋਲ ਹੁੰਦੇ ਐ, ਕਹਿੰਦੇ ਜਿਉਂਦੇ ਜੀ ਉਹਨਾਂ ਦੀ ਸੇਵਾ ਕਰਨੀ, ਜਿਉਂਦੇ ਜੀ ਉਹਨਾਂ ਦੀ ਦੇਖਭਾਲ ਕਰਨੀ, ਉਹਨਾਂ ਦੇ ਖੁਸ਼ੀ ਦਾ, ਗਮੀ ਦਾ, ਸਹੂਲਤ ਦਾ ਫਿਕਰ ਕਰਨਾ। ਕਹਿੰਦੇ ਫੇਰ ਤੇ ਮੰਨਿਆ ਵੀ ਔਲਾਦ ਲਾਇਕ ਹੈ। ਪਰ ਜੇ ਕੋਈ ਕਵੇ ਵੀ ਮਰਿਆਂ ਤੋਂ ਬਾਅਦ ਹੁਣ ਸਰਾਧ ਕਰੀਏ ਜਾਂ ਹੁਣ ਲੋਕਾਂ ਨੂੰ 36 ਪ੍ਰਕਾਰ ਦੇ ਪਕਵਾਨ ਬਣਾ ਕੇ ਖਾਈਏ ਖਿਲਾਈਏ, ਉਹਦਾ ਫਾਇਦਾ ਹੋ ਜਾਏਗਾ ਬਜ਼ੁਰਗਾਂ ਨੂੰ, ਉਹਦਾ ਫਾਇਦਾ ਹੋ ਜਾਏਗਾ ਵੱਡਿਆਂ ਨੂੰ, ਕਹਿੰਦੇ ਇਦਾਂ ਨਹੀਂ ਹੁੰਦਾ। ਉਹ ਕਹਿੰਦਾ ਮਹਾਰਾਜ ਅਸੀਂ ਤੇ ਇਦਾਂ ਹੀ ਸੁਣਿਆ ਜੀ ਵੀ ਇਦਾਂ ਲਾਭ ਹੋ ਜਾਂਦਾ, ਇਦਾਂ ਫਾਇਦਾ ਹੋ ਜਾਂਦਾ। ਕਬੀਰ ਸਾਹਿਬ ਜੀਆਂ ਨੇ ਨਾ ਜੀ ਫੇਰ ਸ਼ਬਦ ਉਚਾਰਨ ਕੀਤਾ, ਕਹਿੰਦੇ ਜੀਵਤ ਪਿਤਰ ਨਾ ਮੰਨੈ ਕੋਊ। ਜਿਉਂਦੇ ਮਾਪਿਆਂ ਦਾ ਤਾਂ ਆਦਰ ਕਰਦੇ ਨਹੀਂ, ਜਿਉਂਦੇ ਮਾਤਾ ਪਿਤਾ ਦੀ ਤੇ ਸੇਵਾ ਕਰਦੇ ਨਹੀਂ, ਪਰ ਕੀ ਕਰਦੇ ਨੇ ਜੀ, ਕਹਿੰਦੇ ਮੂੰਹੇ ਸਰਾਧ ਕਰਾਈ, ਤੁਰ ਜਾਣ ਤੋਂ ਬਾਅਦ ਸਰਾਧ ਕਰਾਉਂਦੇ ਨੇ। ਤੁਰ ਜਾਣ ਤੋਂ ਬਾਅਦ ਫਿਰ ਲੋਕਾਂ ਨੂੰ ਜਲੇਬੀਆਂ ਖਿਲਾਉਂਦੇ ਨੇ ਜੀ। ਸੇਵਾ ਕਰੀ ਨਾ ਜਿਉਂਦੇ ਮਾਂ ਬਾਪ ਦੀ, ਤੇ ਮੋਇਆਂ ਤੋਂ ਸਰਾਧ ਕਰਦੇ। ਕਰੀ ਨਾ ਜਿਉਂਦੇ ਮਾਂ ਬਾਪ ਦੀ, ਮੋਇਆਂ ਤੋਂ ਸਰਾਧ ਕਰਦੇ। ਮੋਇਆਂ ਤੋਂ ਸਰਾਧ ਕਰਦੇ। ਸੇਵਾ ਕਰੀ ਨਾ ਜਿਉਂਦੇ ਮਾਂ ਬਾਪ ਦੀ, ਮੋਇਆਂ ਤੋਂ ਸਰਾਧ ਕਰਦੇ। ਨਾ ਜਿਉਂਦੇ ਮਾਂ ਬਾਪ ਦੀ, ਮੋਇਆਂ ਤੋਂ ਸਰਾਧ ਕਰਦੇ। ਸੇਵਾ ਕਰੀ ਨਾ ਦੇ ਮਾਂ ਬਾਪ ਦੀ, ਮੋਇਆਂ ਤੋਂ ਸਰਾਧ ਕਰਦੇ। ਸੇਵਾ ਕਰੀ ਨਾ ਜਿਉਂਦੇ ਮਾਂ ਬਾਪ ਦੀ, ਸੇਵਾ ਕਰੀ ਨਾ ਜਿਉਂਦੇ ਮਾਂ ਬਾਪ ਦੀ। ਸੇਵਾ ਕਰੀ ਨਾ ਜਿਉਂਦੇ ਮਾਂ ਬਾਪ ਦੀ, ਸੇਵਾ ਕਰੀ ਨਾ ਜਿਉਂਦੇ ਮਾਂ ਬਾਪ ਦੀ। ਸੇਵਾ ਕਰੀ ਨਾ ਜਿਉਂਦੇ ਮਾਂ ਬਾਪ ਦੀ, ਸੇਵਾ ਕਰੀ ਨਾ ਜਿਉਂਦੇ ਮਾਂ ਬਾਪ ਦੀ। ਸੇਵਾ ਕਰੀ ਨਾ ਜਿਉਂਦੇ ਮਾਂ ਬਾਪ ਦੀ, ਸੇਵਾ ਕਰੀ ਨਾ ਜਿਉਂਦੇ ਮਾਂ ਬਾਪ ਦੀ। ਸੇਵਾ ਕਰੀ ਨਾ ਜਿਉਂਦੇ ਮਾਂ ਬਾਪ ਦੀ, ਸੇਵਾ ਕਰੀ ਨਾ ਜਿਉਂਦੇ ਮਾਂ ਬਾਪ ਦੀ। ਸੇਵਾ ਕਰੀ ਨਾ ਜਿਉਂਦੇ ਮਾਂ ਬਾਪ ਦੀ, ਸੇਵਾ ਕਰੀ ਨਾ ਜਿਉਂਦੇ ਮਾਂ ਬਾਪ ਦੀ। ਸੇਵਾ ਕਰੀ ਨਾ ਜਿਉਂਦੇ ਮਾਂ ਬਾਪ ਦੀ, ਮੋਇਆਂ ਤੋਂ ਸਰਾਧ ਕਰਦੇ। ਸੇਵਾ ਕਰੀ ਨਾ ਜਿਉਂਦੇ ਮਾਂ ਬਾਪ ਦੀ, ਉਹ ਮੋਇਆਂ ਤੋਂ ਸਰਾਧ ਕਰਦੇ। ਸੇਵਾ ਕਰੀ ਨਾ ਜਿਉਂਦੇ ਮਾਂ
ਕਰਦੇ ਸੇਵਾ ਕਰੀ ਨਾ ਜਿਉਂਦੇ ਮਾਂ ਬਾਪ ਦੀ ਹੋਇਆ ਸੋ ਸਰਾਧ ਕਰਦੇ। ਕਬੀਰ ਸਾਹਿਬ ਜੀ ਕਹਿੰਦੇ ਜੀਵਤ ਪਿਤਰ ਨਾ ਮਾਨੈ ਕੋ, ਜਿਉਂਦਿਆਂ ਨੂੰ ਤਾਂ ਬਾਤ ਨਹੀਂ ਪੁੱਛਦੇ, ਸੇਵਾ ਨਹੀਂ ਕਰਦੇ, ਮੂੰਹੇ ਸਰਾਧ ਕਰਾਈ, ਮਰਿਆਂ ਤੋਂ ਬਾਅਦ ਫਿਰ ਸਰਾਧ ਕਰਾਉਂਦੇ ਆ, ਭੋਜਨ ਖਿਲਾਉਂਦੇ ਆ। ਫਿਰ ਕਹਿੰਦੇ ਆ ਵੀ ਹੁਣ ਕੱਪੜੇ ਵੀ ਦਿਓ ਮੌਸਮ ਦੇ ਹਿਸਾਬ ਨਾਲ, ਸਿਆਲਾਂ ਨੂੰ ਸਿਆਲਾਂ ਵਾਲੇ, ਗਰਮੀਆਂ ਨੂੰ ਗਰਮੀਆਂ ਵਾਲੇ ਕੱਪੜੇ ਵੀ ਦਾਨ ਕਰੋ। ਬਹੁਤ ਵੱਡੀ ਸਾਡੇ ਸਮਾਜ ਦੀ ਇਹ ਤਰਾਸਦੀ ਹੈ ਸਾਧ ਸੰਗਤ ਜੀ। ਸਾਡਾ ਸਮਾਜ ਨਹੀਂ ਸੀ ਇਹੋ ਜਿਹਾ, ਸਾਡਾ ਸੱਭਿਆਚਾਰ ਨਹੀਂ ਸੀ ਇਹੋ। ਪਰਿਵਾਰਾਂ ਦੇ ਵਿੱਚ ਬਜ਼ੁਰਗਾਂ ਦੀ ਕਦਰ ਕੀਤੀ ਜਾਂਦੀ ਸੀ, ਸਤਿਕਾਰ ਕੀਤਾ ਜਾਂਦਾ ਸੀ। ਬਾਪੂ ਦੇ ਖੂੰਡੇ ਦਾ ਡਰ ਹੁੰਦਾ ਸੀ ਸਭਨਾਂ ਨੂੰ। ਪਰ ਆਪਾਂ ਕਹਿੰਦੇ ਅਸੀਂ ਵੈਲ ਐਜੂਕੇਟ ਹੋ ਗਏ, ਅਸੀਂ ਪੜ੍ਹ ਲਿਖ ਗਏ, ਪੜ੍ਹਾਈ ਹੋਈ ਹੈ, ਪਰ ਸਾਡੀ ਦਿਮਾਗੀ ਤੌਰ 'ਤੇ ਤਰੱਕੀ ਨਹੀਂ ਹੋਈ। ਬਹੁਤ ਅਸੀਂ ਡਾਊਨ ਆ ਗਏ, ਥੱਲੇ ਨੂੰ ਆ ਗਏ। ਪੰਜਾਬ ਦੀ ਧਰਤੀ 'ਤੇ ਬਹੁਤ ਥਾਵਾਂ 'ਤੇ ਦੇਖਦੇ ਹਾਂ ਓਲਡ ਏਜ ਹੋਮ ਬਣੇ ਹੋਏ ਨੇ, ਬਜ਼ੁਰਗ ਉੱਥੇ ਰਹਿੰਦੇ ਆ। ਤੁਸੀਂ ਕਦੇ ਸਰਵੇ ਕਰਕੇ ਵੇਖ ਲਿਓ, ਜਿੰਨੇ ਬਜ਼ੁਰਗਾਂ ਨੂੰ ਸੰਭਾਲਣ ਵਾਲੇ ਕੇਂਦਰ ਬਣੇ ਹੋਏ ਨੇ, ਉਹਨਾਂ ਬਜ਼ੁਰਗਾਂ ਨੂੰ ਪੁੱਛ ਕੇ ਵੇਖ ਲਿਓ, ਬਾਪੂਆਂ ਨੂੰ ਪੁੱਛ ਲਿਓ, ਮਾਤਾਵਾਂ ਨੂੰ ਪੁੱਛ ਲਿਓ। ਉਹਨਾਂ ਨੂੰ ਪੁੱਛਿਓ ਵੀ ਤੁਹਾਡੇ ਔਲਾਦ ਨਹੀਂ ਸੀ। ਕੋਈ ਕਹੂਗਾ ਵੀ ਸਾਡੇ 2 ਪੁੱਤ ਸੀ, ਕੋਈ ਕਹੂਗਾ ਸਾਡੇ 3 ਬੱਚੇ ਸੀ, ਕੋਈ ਕਹੂਗਾ ਮੇਰਾ 1 ਬੱਚਾ ਡਾਕਟਰ ਹੈ, 1 ਵਕੀਲ ਹੈ। ਇੱਦਾਂ ਵੱਡੇ ਵੱਡੇ ਅਹੁਦਿਆਂ ਦੇ ਉੱਤੇ। ਫਿਰ ਉਹ ਤੁਹਾਨੂੰ ਸਾਂਭਿਆ ਕਿਉਂ ਨਹੀਂ ਉਹਨਾਂ ਨੇ? ਤੁਹਾਨੂੰ ਓਲਡ ਏਜ ਹੋਮ ਦੇ ਵਿੱਚ ਮਿਲ ਜਾਂਦੇ ਨੇ ਜੀ, ਹਫ਼ਤੇ 10 ਦਿਨ 15 ਦਿਨ ਮਿਲ ਜਾਂਦੇ ਨੇ, ਦਿਨ ਤਿਉਹਾਰ ਹੋਵੇ ਮਿਲ ਜਾਂਦੇ ਨੇ, ਮਠਿਆਈ ਦੇ ਜਾਂਦੇ ਨੇ, ਹੋਰ ਕੱਪੜੇ ਲੀੜੇ ਦੇ ਜਾਂਦੇ ਨੇ। ਅੱਛਾ, ਤੁਹਾਨੂੰ ਸਾਂਭਿਆ ਕਿਉਂ ਨਹੀਂ? ਕਹਿੰਦੇ ਜੀ ਉਹਨਾਂ ਦੇ ਬੱਚੇ ਕਹਿੰਦੇ ਨੇ ਸਾਨੂੰ ਪ੍ਰਾਈਵੇਸੀ ਚਾਹੀਦੀ, ਸਾਡੀ ਪ੍ਰਾਈਵੇਸੀ ਡਿਸਟਰਬ ਹੁੰਦੀ ਹੈ, ਇਸ ਕਰਕੇ ਅਸੀਂ ਇਹਨਾਂ ਬੁੜਿਆਂ ਨੂੰ ਨਾਲ ਨਹੀਂ ਰੱਖ ਸਕਦੇ, ਇਹਨਾਂ ਬਜ਼ੁਰਗਾਂ ਨੂੰ ਅਸੀਂ ਨਾਲ ਨਹੀਂ ਰੱਖ ਸਕਦੇ। ਸਰਵੇ ਕਰਕੇ ਦੇਖ ਲਿਓ, ਕੋਈ ਇੱਕ ਵੀ ਤੁਹਾਨੂੰ ਇਹੋ ਜਿਹਾ ਨਹੀਂ ਮਿਲਣਾ ਜਿਹੜਾ ਬਾਪੂ ਜਾਂ ਬੇਬੇ ਕਹੇ ਵੀ ਮੇਰਾ ਪੁੱਤ ਦਿਹਾੜੀ ਕਰਕੇ ਰੋਟੀ ਖਾਂਦਾ ਤੇ ਮੈਨੂੰ ਸਾਂਭ ਨਹੀਂ ਸਕਿਆ। ਦਿਹਾੜੀ ਕਰਨ ਵਾਲਾ ਬੰਦਾ ਆਪਣੇ ਮਾਪਿਆਂ ਦੀ ਸੇਵਾ ਕਰ ਸਕਦਾ, ਪਰ ਅੱਜ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਜਿਹੜੇ ਬਿਰਾਜਮਾਨ ਨੇ, ਕੋਈ ਡਾਕਟਰ ਬਣਿਆ ਹੋਇਆ, ਕੋਈ ਵਕੀਲ, ਕੋਈ ਅਫਸਰ ਬਣਿਆ ਹੋਇਆ, ਉਹ ਆਪਣੇ ਮਾਪਿਆਂ ਨੂੰ ਸਾਂਭ ਨਹੀਂ ਸਕਦੇ। ਐਸਾ ਮਾਹੌਲ ਬਣ ਗਿਆ। ਪਰ ਯਾਦ ਰੱਖਣ, ਇਹੋ ਜਿਹੇ ਲੋਕ ਜਿਹੜੇ ਆਪਣੇ ਬਜ਼ੁਰਗਾਂ ਦੀ ਬੇਕਦਰੀ ਕਰਦੇ ਨੇ, ਆਪਣੇ ਮਾਪਿਆਂ ਦੀ ਬੇਕਦਰੀ ਕਰਦੇ ਨੇ, ਇਹ ਸਰੀਰ ਸਦਾ ਜਵਾਨ ਨਹੀਂ ਰਹਿੰਦਾ। ਬੁਢੇਪਾ ਇੱਕ ਦਿਨ ਸਭ ਤੇ ਆਉਣਾ, ਉਮਰ ਇੱਕ ਦਿਨ ਸਾਰਿਆਂ ਦੀ ਢਲਣੀ ਹੈ। ਇਹ ਸਦਾ ਸਿਖਰ ਨਹੀਂ ਰਹਿਣਾ ਦੁਪਹਿਰ, ਇਹ ਸ਼ਾਮਾਂ ਢਲਣਗੀਆਂ ਜ਼ਿੰਦਗੀ ਦੀਆਂ ਇੱਕ ਦਿਨ। ਤੇ ਜਿੱਦਣ ਤੁਹਾਡੀ ਜ਼ਿੰਦਗੀ ਦੀਆਂ ਸ਼ਾਮਾਂ ਢਲੀਆਂ ਤੇ ਤੁਹਾਡੇ ਬੱਚਿਆਂ ਨੇ ਤੁਹਾਨੂੰ ਓਲਡ ਏਜ ਹੋਮ ਦੇ ਵਿੱਚ ਛੱਡਿਆ, ਫਿਰ ਨਾਲੇ ਰੋਇਓ ਤੇ ਨਾਲੇ ਯਾਦ ਕਰਿਓ ਵੀ ਅਸੀਂ ਆਪਣੇ ਬਜ਼ੁਰਗਾਂ ਨੂੰ ਵੀ ਨਹੀਂ ਸੀ ਸਾਂਭਿਆ। ਇਹ ਖੇਤੀ ਬੀਜੀ ਹੋਈ ਜਦੋਂ ਤੁਹਾਨੂੰ ਵੱਢਣੀ ਪਈ, ਫਿਰ ਪਤਾ ਲੱਗੂਗਾ। ਹਿਸਾਬ ਕਿਤਾਬ ਇੱਥੇ ਹੀ ਹੈ, ਲੇਖਾ ਹਿਸਾਬ ਇੱਥੇ ਹੀ ਹੈ। ਔਰ ਕਈ ਇਹ ਵੀ ਬੜਾ ਕਹਿੰਦੇ ਨੇ, ਕਹਿੰਦੇ ਜੀ ਪੁੱਤਰ ਮਾਪਿਆਂ ਨੂੰ ਘਰੋਂ ਕੱਢ ਦਿੰਦੇ ਨੇ, ਪਰ ਧੀਆਂ ਦੁੱਖ ਵੰਡਾਉਂਦੀਆਂ ਨੇ, ਧੀਆਂ ਮਾਪਿਆਂ ਨੂੰ ਸੰਭਾਲ ਲੈਂਦੀਆਂ ਨੇ। ਖਿਮਾ ਕਰਿਓ, ਕੋਈ ਇੱਕ ਪਰਿਵਾਰ ਵੀ ਇਹੋ ਜਿਹਾ ਨਹੀਂ ਹੋਣਾ, ਕੋਈ ਇੱਕ ਬਜ਼ੁਰਗ ਵੀ ਇਹੋ ਜਿਹਾ ਨਹੀਂ ਹੋਣਾ ਜਿਹੜਾ ਓਲਡ ਏਜ ਹੋਮ ਦੇ ਵਿੱਚ ਬੈਠਾ ਹੋਵੇ ਤੇ ਉਹਦਾ ਪੁੱਤਰ ਜਿਹੜਾ ਛੜਾ ਛਾਂਟ ਹੋਵੇ ਤੇ ਵਿਆਹਿਆ ਹੋਇਆ ਨਾ ਹੋਵੇ। ਜਿਹੜੀਆਂ ਧੀਆਂ ਨੂੰ ਆਪਾਂ ਕ੍ਰੈਡਿਟ ਦਿੰਦੇ ਆ ਨਾ ਜੀ, ਧੀਆਂ ਮਾਪੇ ਸਾਂਭਦੀਆਂ ਨੇ, ਤੇ ਜੇ ਸੱਸ ਸਹੁਰੇ ਨੂੰ ਘਰੋਂ ਕੱਢਦੀਆਂ ਨੇ ਨਾ ਜੀ, ਉਹ ਵੀ ਸਾਧ ਸੰਗਤ ਜੀ ਕਿਸੇ ਦੀਆਂ ਧੀਆਂ ਹੀ ਹੁੰਦੀਆਂ, ਕਿਸੇ ਦੇ ਘਰੋਂ ਧੀਆਂ ਹੀ ਉਹ ਆਈਆਂ ਹੁੰਦੀਆਂ। ਆਪਣੇ ਮਾਤਾ ਪਿਤਾ ਲਈ ਇੰਨਾ ਸੁਭਾਅ ਨਰਮ ਤੇ ਸੱਸ ਸਹੁਰੇ ਵਾਸਤੇ ਸੁਭਾਅ ਕੁਰਖਤ, ਇਹ ਵੀ ਅੱਜ ਦੇ ਸਮੇਂ ਦੀ ਇੱਕ ਸੱਚਾਈ ਹੈ। ਇਹ ਵੀ ਅੱਜ ਦੇ ਸਮੇਂ ਦੀ ਇੱਕ ਸੱਚਾਈ ਹੈ। ਬਹੁਤ ਵਿਚਾਰ ਕਰਨ ਦੀ ਲੋੜ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨਾ ਸਿਖਾਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜੀਵਨ ਪੜ੍ਹ ਕੇ ਵੇਖ ਲਓ। ਜਦੋਂ 20 ਰੁਪਏ ਦਾ ਸੌਦਾ ਸੱਚਾ ਕਰਕੇ ਆਇਆ
ਤੇ ਪਿਤਾ ਜੀ ਨੇ ਗੁੱਸੇ ਵਿੱਚ ਆ ਕੇ ਮਹਾਰਾਜ ਦੇ ਚਪੇੜਾਂ ਮਾਰੀਆਂ। ਮਹਾਰਾਜ ਨੀਵੀਂ ਪਾ ਕੇ ਖੜੇ ਰਹੇ, ਮੋਹਰਿਓਂ ਸੀ ਨਹੀਂ ਕੀਤੀ। ਇਹ ਤੋਂ ਭਾਵ ਕੀ ਹੈ ਵੀ ਪਿਓ ਹੋਵੇ, ਪੁੱਤ ਭਾਵੇਂ ਰੱਬ ਵੀ ਹੋਵੇ ਤਾਂ ਵੀ ਪਿਓ ਚਪੇੜਾਂ ਮਾਰ ਸਕਦਾ ਹੈ। ਆਖੋ ਸਤਨਾਮ। ਪੁੱਤ ਰੱਬ ਵੀ ਕਿਉਂ ਨਾ ਹੋਵੇ, ਨਿਰੰਕਾਰ ਦਾ ਰੂਪ ਸਨ ਗੁਰੂ ਨਾਨਕ ਸਾਹਿਬ ਮਹਾਰਾਜ, ਪਰ ਬਾਪੂ ਦੀਆਂ ਚਪੇੜਾਂ ਹੱਸ ਕੇ ਝੱਲ ਲਈਆਂ, ਜਰ ਲਈਆਂ। ਬਾਪ ਤਾਂ ਬਾਪ ਹੈ ਨਾ। ਕਲਗੀਆਂ ਵਾਲੇ ਦਾ ਇਤਿਹਾਸ ਪੜ੍ਹ ਕੇ ਦੇਖ ਲਿਓ। ਆਨੰਦਗੜ੍ਹ ਦਾ ਕਿਲ੍ਹਾ ਕਿਸੇ ਦੇ ਕਿਹਾ ਨਹੀਂ ਛੱਡਿਆ। ਜਦੋਂ ਧੰਨ ਮਾਤਾ ਗੁਜਰੀ ਨੇ ਆਖਿਆ ਲਾਲ ਜੀ ਹੁਣ ਆਪਾਂ ਕਿਲ੍ਹਾ ਛੱਡ ਦਈਏ, ਕਿੰਨਾ ਵੀ ਨੁਕਸਾਨ ਉਹ ਬਰਦਾਸ਼ਤ ਕਰਨਾ ਸੱਚੇ ਪਾਤਸ਼ਾਹ ਨੇ ਮਨਜ਼ੂਰ ਕਰ ਲਿਆ, ਪਰ ਮਾਤਾ ਜੀ ਦਾ ਆਖਾ ਨਹੀਂ ਮੋੜਿਆ ਵੀ ਮਾਂ ਕਹਿੰਦੀ ਹੈ ਹੁਣ ਬਸ ਕਿਲ੍ਹਾ ਛੱਡ ਦੇਣਾ। ਸਾਡਾ ਦੇਸ਼ ਤਾਂ ਉਹਨਾਂ ਮਹਾਨ ਮਹਾਂਪੁਰਖਾਂ ਦਾ ਦੇਸ਼ ਹੈ ਜਿਹੜਾ ਸਾਧ ਸੰਗਤ ਜੀ ਸਰਵਣ ਵਰਗੇ ਪੁੱਤਰ ਹੁੰਦੇ ਇੱਥੇ ਆਪਣੇ ਮਾਤਾ ਪਿਤਾ ਨੂੰ ਸਰਵਣ ਵਰਗੇ ਪੁੱਤਰ ਸਾਧ ਸੰਗਤ ਜੀ ਵਹਿੰਗੀ ਦੇ ਵਿੱਚ ਬਿਠਾਲ ਕੇ ਮਾਪਿਆਂ ਨੂੰ ਤੀਰਥਾਂ ਦੀ ਯਾਤਰਾ ਕਰਾਉਂਦੇ ਫਿਰਦੇ, ਤੀਰਥਾਂ ਦੀ ਯਾਤਰਾ ਕਰਾਉਂਦੇ ਫਿਰਦੇ। ਐਸੇ ਐਸੇ ਵਿਰਸੇ ਦੇ ਸਾਡੇ ਇੱਥੇ ਅੰਸ਼ ਹਨ। ਪਰ ਜੇ ਅੱਜ ਬਦਲਾਅ ਆਇਆ, ਜੇ ਅੱਜ ਸਾਡਾ ਸਮਾਜ ਚੇਂਜ ਹੋਇਆ ਤੇ ਕਿਤੇ ਨਾ ਕਿਤੇ ਸਾਡੇ ਸਮਾਜ ਤੇ ਵੈਸਟਰਨ ਜਿਹੜਾ ਕਲਚਰ ਹੈ ਉਹਦਾ ਪ੍ਰਭਾਵ ਪਿਆ, ਪੱਛਮੀ ਸੱਭਿਅਤਾ ਦਾ ਪ੍ਰਭਾਵ ਪਿਆ। ਸਾਨੂੰ ਰਿਸ਼ਤਿਆਂ ਦੀ ਕਦਰ ਨਹੀਂ ਰਹੀ, ਸਾਨੂੰ ਆਪਣਿਆਂ ਦੀ ਕਦਰ ਨਹੀਂ ਰਹੀ। ਅਸੀਂ ਆਪਣੇ ਆਪ ਦੇ ਵਿੱਚ ਹੀ ਜੀਣਾ ਚਾਹੁੰਦੇ ਹਾਂ, ਪਰ ਇਹ ਬਹੁਤ ਘੁਟਣ ਵਾਲੀ ਜ਼ਿੰਦਗੀ ਹੈ, ਘੁਟਣ ਵਾਲੀ ਜ਼ਿੰਦਗੀ ਹੈ ਇਹ। ਤੇ ਗੁਰਮੁਖ ਪਿਆਰਿਓ, ਗੁਰਬਾਣੀ ਦੇ ਵਿੱਚ ਜਿਹੜਾ ਸਿਧਾਂਤ ਦੇਖੋ ਤੁਸੀਂ ਸੁਣ ਰਹੇ ਹੋ ਨਾ ਜੀ, ਇੱਥੇ ਜੀਵਤ ਪਿਤਰ ਨਾ ਮਾਨੇ ਕੋ ਮੂਏ ਸਰਾਧ ਕਰਾਹੀ। ਕੀ ਫਾਇਦਾ ਫਿਰ ਉਹਨਾਂ ਬਜ਼ੁਰਗਾਂ ਦੇ ਮਰਿਆਂ ਤੋਂ ਬਾਅਦ ਭੋਗ ਪਵਾ ਲਓ, ਹਜ਼ਾਰਾਂ ਦਾ ਇਕੱਠ ਕਰ ਲਓ, ਜਲੇਬੀਆਂ ਖਿਲਾ ਲਓ, ਪਕਵਾਨ ਖਿਲਾ ਲਓ, ਤੇ ਜਿਉਂਦੇ ਮਾਤਾ ਪਿਤਾ ਦੀ ਤਾਂ ਸੇਵਾ ਨਹੀਂ ਕੀਤੀ। ਜਿਹੜਾ ਮਾਤਾ ਪਿਤਾ ਦੀ ਸੇਵਾ ਨਹੀਂ ਕਰਦਾ ਉਹ ਗੁਰਦੁਆਰੇ ਜਾ ਕੇ ਜਿੰਨੇ ਮਰਜ਼ੀ ਭਾਂਡੇ ਮਾਂਜੀ ਜਾਵੇ, ਜਿੰਨੇ ਮਰਜ਼ੀ ਸਾਧ ਸੰਗਤ ਜੀ ਸਤਸੰਗ ਸੁਣੀ ਜਾਵੇ, ਉਹਦਾ ਸਤਸੰਗ ਸੁਣੇ ਦਾ ਤੇ ਉਹਦੇ ਸੇਵਾ ਕੀਤੇ ਦਾ ਕੋਈ ਲਾਭ ਨਹੀਂ ਹੁੰਦਾ। ਤੇ ਮਰਿਆਂ ਤੋਂ ਬਾਅਦ ਫਿਰ ਮੜੀਆਂ ਤੇ ਦੀਵੇ ਬਾਲੀ ਜਾਓ, ਬੇਸ਼ੱਕ ਕੱਪੜੇ ਦਾਨ ਕਰੀ ਜਾਓ, ਪਦਾਰਥ ਖਿਲਾਈ ਜਾਓ, ਕੋਈ ਫਾਇਦਾ ਨਹੀਂ ਹੋਣਾ ਉਸ ਚੀਜ਼ ਦਾ। ਹੁਣ ਅਗਲੀ ਪੰਕਤੀ ਦੇ ਵਿੱਚ ਕਬੀਰ ਸਾਹਿਬ ਜੀ ਕਹਿੰਦੇ ਪਿਤਰ ਭੀ ਬਪਰੇ ਕਉ ਕਿਉਂ ਪਾਵੈ, ਪਿਤਰ ਭੀ ਬਪਰੇ ਕਉ ਕਿਉਂ ਪਾਵੈ, ਕਊਆ ਕੂਕਰ ਖਾਹੀ। ਹੁਣ ਕਹਿੰਦੇ ਜੇ ਮਰਿਆਂ ਤੋਂ ਬਾਅਦ ਬਜ਼ੁਰਗਾਂ ਦੇ ਨਿਮਿਤ ਕੋਈ ਦਾਨ ਪੁੰਨ ਕਰ ਵੀ ਦੇਵੇ, ਖਿਲਾ ਵੀ ਦੇਵੇ, ਤੇ ਕਹਿੰਦੇ ਉਹਨਾਂ ਨੂੰ ਵਿਚਾਰਿਆਂ ਨੂੰ ਮਿਲੇਗਾ ਕਿਵੇਂ? ਉਹ ਤਾਂ ਜੋ ਕੁਝ ਬਣਿਆ ਨਾ, ਤੇ ਕਹਿੰਦੇ ਕਾਂ ਕੁੱਤੇ ਹੀ ਖਾ ਜਾਂਦੇ ਆ। ਕਾਂ ਕੁੱਤੇ ਹੀ ਖਾਂਦੇ ਨੇ ਜਾਂ ਲੋਕੀ ਖਾਂਦੇ ਨੇ ਜਿਹੜੇ ਸੱਦੇ ਹੁੰਦੇ ਆ, ਉਹਨਾਂ ਨੂੰ ਤਾਂ ਨਹੀਂ ਮਿਲਦਾ। ਮੋਕੋ ਕੁਸਲ ਬਤਾਵੋ ਕੋਈ, ਮੈਨੂੰ ਕੋਈ ਧਿਰ ਦੱਸੋ ਕਿ ਪਿਤਰਾਂ ਦੇ ਨਿਮਿਤ ਕੀਤੇ ਹੋਏ ਜਿਹੜੇ ਸ਼ਰਾਧ ਨੇ ਉਹ ਖਵਾਉਣ ਦੇ ਨਾਲ ਘਰ ਦੇ ਵਿੱਚ ਸੁੱਖ ਆਨੰਦ ਕਿਵੇਂ ਹੋ ਜਾਂਦਾ? ਜ਼ਿੰਮੇਵਾਰੀ ਤੋਂ ਫਾਰਗ ਹੋ ਜਾਂਦੇ ਹੋ ਵੀ ਹਾਂ ਬਜ਼ੁਰਗਾਂ ਨੂੰ ਪ੍ਰਸ਼ਾਦਾ ਛਕਾ ਦਿੱਤਾ, ਬਜ਼ੁਰਗਾਂ ਦੇ ਨਾਂ ਤੇ ਦਾਨ ਕਰ ਦਿੱਤਾ। ਕੁਸਲ ਕੁਸਲ ਕਰਤੇ ਜਗ ਬਿਨਸੈ ਕੁਸਲ ਭੀ ਕੈਸੇ ਹੋਈ। ਸਾਰਾ ਸੰਸਾਰ ਇਸੇ ਭਰਮ ਦੇ ਵਿੱਚ ਕਹਿੰਦੇ ਖੱਪ ਰਿਹਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਪਿਤਰਾਂ ਨਿਮਿਤ ਸ਼ਰਾਧ ਕੀਤਿਆਂ ਘਰ ਦੇ ਵਿੱਚ ਸੁੱਖ ਆਨੰਦ ਹੋ ਜਾਂਦਾ, ਘਰ ਦੇ ਵਿੱਚ ਆਨੰਦ ਬਣ ਜਾਂਦਾ। ਕਿੱਡਾ ਵੱਡਾ ਭਰਮ ਪਿਆ ਹੋਇਆ, ਕਿੱਡਾ ਵੱਡਾ ਭਰਮ ਪਿਆ ਹੋਇਆ। ਜਿਉਂਦਿਆਂ ਦੀ ਤਾਂ ਬਾਤ ਨਾ ਪੁੱਛਦੇ, ਦੀਵੇ ਬਾਲਣ ਮੜੀਆਂ ਤੇ। ਜਿਉਂਦਿਆਂ ਦੀ ਤਾਂ ਬਾਤ ਨਾ ਪੁੱਛਦੇ, ਦੀਵੇ ਬਾਲਣ ਮੜੀਆਂ ਤੇ। ਦੀ ਤਾਂ ਬਾਤ ਨਾ ਪੁੱਛਦੇ, ਦੀਵੇ ਬਾਲਣ ਮੜੀਆਂ ਤੇ। ਜਿਉਂਦਿਆਂ ਦੀ ਤਾਂ ਬਾਤ ਨਾ ਪੁੱਛਦੇ, ਦੀਵੇ ਬਾਲਣ ਮੜੀਆਂ ਤੇ। ਜਿਉਂਦਿਆਂ ਦੀ ਤਾਂ ਬਾਤ ਨਹੀਂ ਪੁੱਛਦੇ, ਦੀਵੇ ਬਾਲਣ ਮੜੀਆਂ ਤੇ। ਜਿਉਂਦਿਆਂ ਦੀ ਤਾਂ ਬਾਤ ਨਹੀਂ ਪੁੱਛਦੇ, ਦੀਵੇ ਬਾਲਣ ਮੜੀਆਂ ਤੇ। ਦੀਵੇ ਬਾਲਣ ਮੜੀਆਂ ਤੇ, 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 ਦੀਵੇ ਬਾਲਣ ਮੜੀਆਂ ਤੇ। ਦੀਵੇ ਬਾਲਣ ਮੜੀਆਂ
ਦੀਵੇ ਬਾਲਣ ਮੜੀਆਂ ਤੇ। ਜਿਉਂਦਿਆਂ ਦੀ ਤਾਂ ਬਾਤ ਨ ਪੁੱਛਦੇ ਦੀਵੇ ਬਾਲਣ ਮੜੀਆਂ ਤੇ। ਜਿਉਂਦਿਆਂ ਦੀ ਤਾਂ ਬਾਤ ਨ ਪੁੱਛਦੇ ਦੀਵੇ ਬਾਲਣ ਮੜੀਆਂ ਤੇ। ਜਿਉਂਦਿਆਂ ਦੀ ਤਾਂ ਬਾਤ ਨ ਪੁੱਛਦੇ ਦੀਵੇ ਬਾਲਣ ਮੜੀਆਂ ਤੇ। ਜਿਉਂਦਿਆਂ ਦੀ ਤਾਂ ਬਾਤ ਨ ਪੁੱਛਦੇ ਦੀਵੇ ਬਾਲਣ ਮੜੀਆਂ ਤੇ। ਜਿਉਂਦਿਆਂ ਦੀ ਤਾਂ ਬਾਤ ਨ ਪੁੱਛਦੇ ਦੀਵੇ ਬਾਲਣ ਮੜੀਆਂ ਤੇ। ਜਿਉਂਦਿਆਂ ਦੀ ਤਾਂ ਬਾਤ ਨ ਪੁੱਛਦੇ ਦੀਵੇ ਬਾਲਣ ਮੜੀਆਂ। ਜਿਉਂਦਿਆਂ ਦੀ ਬਾਤ ਨਹੀਂ ਪੁੱਛਦੇ, ਮਰਿਆਂ ਤੇ ਮੜੀਆਂ ਤੇ ਫਿਰ ਦੀਵੇ ਬਾਲਦੇ ਐ। ਕਹਿੰਦੇ ਬਈ ਇਹੋ ਜਿਹਾਂ ਦਾ ਦੀਵੇ ਬਾਲਣ ਦਾ ਕੀ ਫਾਇਦਾ, ਇਹੋ ਜਿਹਾਂ ਦਾ ਮੜੀਆਂ ਦੇ ਉੱਤੇ ਦੀਵੇ ਬਾਲਣ ਦਾ ਕੀ ਲਾਭ ਹੈ। ਹੁਣ ਇਸ ਸ਼ਬਦ ਦੇ ਵਿੱਚ ਫੇਰ ਅੱਗੇ ਜਾ ਕੇ ਬਚਨ ਕਰਦੇ ਨੇ, ਕਹਿੰਦੇ ਮਾਟੀ ਕੇ ਕਰ ਦੇਵੀ ਦੇਵਾ ਜਿਸ ਆਗੈ ਜੀਓ ਦੇਹੀ। ਐਸੇ ਪਿਤਰ ਤੁਮਾਰੇ ਕਹੀਏ ਆਪਨ ਕਹਿ ਨ ਲੇਹੀ। ਹੁਣ ਜਦੋਂ ਉਹ ਸ਼ਰਾਧ ਕਰਦੇ ਨੇ, ਉਹਨਾਂ ਦੀ ਜੋ ਮਰਿਆਦਾ ਹੈ, ਮਿੱਟੀ ਦੇ ਦੇਵਤੇ ਬਣਾ ਕੇ ਰੱਖ ਲੈਂਦੇ ਨੇ। ਕਹਿੰਦੇ ਉਹਦੇ ਅੱਗੇ ਕੁਰਬਾਨੀ ਵੀ ਦਿੰਦੇ ਨੇ। ਕਈ ਧਰਮਾਂ ਦੀ ਮਰਿਆਦਾ, ਚਲੋ ਕੁਰਬਾਨੀ ਵੀ ਦਿੰਦੇ ਹੋਣਗੇ, ਬਲੀ ਦਿੰਦੇ ਹੋਣਗੇ ਕਈ ਧਰਮਾਂ ਦੇ ਵਿੱਚ। ਕਹਿੰਦੇ ਐਸੇ ਪਿਤਰ ਤੁਮਾਰੇ ਕਹੀਏ ਆਪਨ ਕਹਿਆ ਨਾ ਲੇਹੀ। ਹੈ ਭਾਈ, ਇਸ ਤਰ੍ਹਾਂ ਦੇ ਮਿੱਟੀ ਦੇ ਬਣਾਏ ਹੋਏ ਤੁਹਾਡੇ ਪਿਤਰ ਹਨ, ਬਜ਼ੁਰਗ ਹਨ, ਤੁਹਾਡੇ ਦੇਵਤੇ ਹਨ। ਹੋ ਸਕਦਾ ਜਿਹੜਾ ਪਦਾਰਥ ਤੁਸੀਂ ਬਣਾਇਆ ਹੋਵੇ ਛਕਾਉਣ ਵਾਸਤੇ ਤੇ ਉਹ ਤੁਹਾਡੇ ਬਜ਼ੁਰਗਾਂ ਨੂੰ ਪਸੰਦ ਨਾ ਹੋਵੇ, ਉਹਨਾਂ ਦਾ ਕੁਝ ਹੋਰ ਛਕਣ ਦਾ ਮਨ ਹੋਵੇ, ਪਰ ਕਹਿੰਦੇ ਆਪਣਾ ਮਨ ਜੋ ਉਹਨਾਂ ਦਾ ਛਕਣ ਦਾ ਹੋਵੇ ਉਹ ਤਾਂ ਨਹੀਂ ਤੁਹਾਡੇ ਕੋਲੋਂ ਮੰਗ ਸਕਦੇ। ਕਹਿੰਦੇ ਕੈਸੀ ਬਾਤ ਹੈ ਸਰ ਜੀਓ ਕੱਟ ਹੈ ਨਿਰਜੀਓ ਪੂਜੈ ਅੰਤ ਕਾਲ ਕੋ ਭਾਰੀ। ਰਾਮ ਨਾਮ ਕੀ ਗਤ ਨਹੀਂ ਜਾਣੀ ਭੈ ਡੂਬੇ ਸੰਸਾਰ। ਲੋਕੀ ਜਿਉਂਦਿਆਂ ਨੂੰ ਤਾਂ ਮਾਰਦੇ ਆ ਤੇ ਮਰਿਆਂ ਨੂੰ ਪੂਜਦੇ ਆ। ਜਿਉਂਦਿਆਂ ਨੂੰ ਮਾਰਦੇ ਆ, ਮਰਿਆਂ ਨੂੰ ਪੂਜਦੇ ਆ। ਸਰ ਜੀਓ ਕੱਟ ਹੈ, ਮਰਿਆਂ ਨੂੰ ਪੂਜਦੇ ਆ। ਸਰ ਜੀਓ ਕੱਟ ਹੈ, ਜਿਉਂਦਿਆਂ ਨੂੰ ਮਾਰਦੇ ਆ। ਕਈ ਧਰਮਾਂ ਦੇ ਵਿੱਚ, ਕਈ ਇਲਾਕਿਆਂ ਦੇ ਵਿੱਚ ਬਲੀ ਦਿੰਦੇ ਨੇ। ਹੁਣ ਜਿਹਦੇ ਅੱਗੇ ਬਲੀ ਦੇ ਰਹੇ ਨੇ ਉਹ ਪੱਥਰ ਦੀ ਮੂਰਤੀ ਹੈ, ਤੇ ਜਿਹਨੂੰ ਮਾਰਿਆ ਜਾ ਰਿਹਾ ਉਹ ਰੱਬ ਦੀ ਬਣਾਈ ਹੋਈ ਜਿਉਂਦੀ ਜਾਗਦੀ ਮੂਰਤੀ ਹੈ। ਰੱਬ ਦੀ ਬਣਾਈ ਹੋਈ ਜਿਉਂਦੀ ਮੂਰਤੀ ਨੂੰ ਕੱਟਿਆ ਜਾ ਰਿਹਾ ਹੈ ਪੱਥਰ ਦੀ ਮੂਰਤੀ ਨੂੰ ਖੁਸ਼ ਕਰਨ ਵਾਸਤੇ। ਪੱਥਰ ਦੀ ਮੂਰਤੀ ਇੱਕ ਬੰਦੇ ਨੇ ਬਣਾਈ ਹੈ, ਪਰ ਕਹਿੰਦੇ ਯਾਦ ਰੱਖਿਓ, ਚਲੋ ਆਪਣੀ ਮਤ ਅਨੁਸਾਰ ਤੁਸੀਂ ਇਹ ਕੁਝ ਕਰਤਾ ਲੈਂਦੇ ਹੋ, ਪਰ ਅੰਤ ਕਾਲ ਕੋ ਭਾਰੀ। ਅਖੀਰ ਵੇਲੇ ਨੂੰ ਇਹ ਕੀਤੇ ਹੋਏ ਕਰਮ ਜਦੋਂ ਤੁਹਾਨੂੰ ਭੁਗਤਣੇ ਪੈਣਗੇ ਫਿਰ ਔਖੇ ਹੋਵੋਗੇ। ਰਾਮ ਨਾਮ ਕੀ ਗਤ ਨਹੀਂ ਜਾਣੀ ਭੈ ਡੂਬੇ ਸੰਸਾਰੀ। ਪਰਮੇਸ਼ਰ ਦੇ ਨਾਮ ਦਾ ਸਿਮਰਨ ਉਹ ਤਾਂ ਕੀਤਾ ਹੀ ਨਹੀਂ, ਉਹਦੀ ਤੇ ਗਤ ਜਾਣੀ ਹੀ ਨਹੀਂ। ਤੇ ਸੰਸਾਰਕ ਰਸਮਾਂ ਦੇ ਵਿੱਚ ਉਹਦੇ ਡਰ ਦੇ ਵਿੱਚ ਹੀ ਖਪੀ ਗਏ, ਮਰੀ ਗਏ, ਉਹੀ ਕੁਛ ਕਰੀ ਗਏ, ਉਹਨਾਂ ਲੀਕਾਂ ਦੇ ਉੱਤੇ ਤੁਰੀ ਗਏ। ਵਿਚਾਰ ਨਹੀਂ ਕੀਤੀ, ਕੋਈ ਵੀ ਵਿਚਾਰ ਨਹੀਂ ਕੀਤੀ। ਇੱਕ ਰਿਵਾਜ ਬਣਾ ਲਿਆ, ਇੱਕ ਰੀਤ ਬਣਾ ਲਈ, ਸੋਚਿਆ ਹੀ ਨਹੀਂ, ਵਿਚਾਰਿਆ ਹੀ ਨਹੀਂ। ਦੇਵੀ ਦੇਵਾ ਪੂਜੈ ਡੋਲੇ ਪਾਰ ਬ੍ਰਹਮ ਨਹੀਂ ਜਾਣਾ। ਦੇਵੀ ਦੇਵਤਿਆਂ ਨੂੰ ਪੂਜਦੇ ਤੇ ਫਿਰ ਡਰੇ ਵੀ ਰਹਿੰਦੇ ਨੇ ਕਿਤੇ ਗੁੱਸੇ ਨਾ ਹੋ ਜਾਣ। ਅਕਾਲ ਪੁਰਖ ਨੂੰ ਯਾਦ ਹੀ ਨਹੀਂ ਕਰਦੇ ਜਿਹਨੇ ਸਾਰਾ ਸੰਸਾਰ ਬਣਾਇਆ ਹੈ। ਕਹਿਤ ਕਬੀਰ ਅਕੁਲ ਨਹੀਂ ਚੇਤਿਆ ਵਿਖਿਆ ਸਿਉ ਲਪਟਾਨਾ। ਉਸ ਕੁੱਲ ਰਹਿਤ ਪਰਮੇਸ਼ਰ ਨੂੰ ਨਹੀਂ ਯਾਦ ਕੀਤਾ ਤੇ ਵਿਕਾਰਾਂ ਦੇ ਵਿੱਚ, ਮਾਇਆ ਦੇ ਵਿੱਚ ਹੀ ਹਰ ਵੇਲੇ ਲਪਟੇ ਰਹੇ। ਉਹ ਜਿਹੜਾ ਪ੍ਰੇਮੀ ਸਰਾਧ ਵਾਸਤੇ ਸਦਾ ਦੇਣ ਆਇਆ ਸੀ, ਕਬੀਰ ਸਾਹਿਬ ਦੇ ਚਰਨਾਂ ਤੇ ਸੀਸ ਰੱਖ ਕੇ ਮਾਫੀਆਂ ਮੰਗਦਾ, ਕਹਿੰਦਾ ਮਹਾਰਾਜ ਮੈਨੂੰ ਇਸ ਗੱਲ ਦੀ ਸੋਝੀ ਨਹੀਂ ਸੀ, ਮੈਨੂੰ ਇਸ ਗੱਲ ਦਾ ਗਿਆਨ ਨਹੀਂ ਸੀ। ਇਹ ਤੇ ਤੁਸੀਂ ਬੜੀ ਕਿਰਪਾ ਕੀਤੀ ਹੈ ਮੇਰੇ ਤੇ। ਹੁਣ ਮੈਨੂੰ ਸਮਝ ਆਈ ਹੈ ਵੀ ਜਿਉਂਦੇ ਮਾਤਾ ਪਿਤਾ ਦੀ ਸੇਵਾ ਜਿਹੜਾ ਕਰ ਲਵੇ ਉਹਨੂੰ ਮਰਿਆਂ ਤੋਂ ਬਾਅਦ ਸਰਾਧ ਕਰਾਉਣ ਦੀ ਕੋਈ ਲੋੜ ਨਹੀਂ। ਮਰਿਆਂ ਤੋਂ ਬਾਅਦ ਲੋਕਾਂ ਨੂੰ 36 ਪ੍ਰਕਾਰ ਦੇ ਭੋਜਨ ਖਿਲਾਉਣ ਦੀ ਕੋਈ ਲੋੜ ਨਹੀਂ। ਇਹ ਤਾਂ ਐਵੇਂ ਹੀ ਸਾਡੀਆਂ ਰੀਤਾਂ ਬਣੀਆਂ ਹੋਈਆਂ ਨੇ, ਐਵੇਂ ਰਿਵਾਜ ਬਣੇ ਹੋਏ ਨੇ ਸਮਾਜ ਦੇ। ਜਿਉਂਦੇ ਮਾਪਿਆਂ ਦੀ ਸੇਵਾ ਕਰਨੀ ਜ਼ਰੂਰੀ ਹੈ। ਤੇ ਇਸ ਪ੍ਰਕਾਰ ਕਬੀਰ ਸਾਹਿਬ ਜੀ ਮਹਾਰਾਜ ਸੰਸਾਰ ਦਾ ਭਲਾ ਕਰ ਰਹੇ ਹੈ।
ਹੁਣ ਸਰੀਰ ਦੀ ਉਮਰ ਵੀ ਕਾਫੀ ਵਡੇਰੀ ਹੋ ਚੁੱਕੀ ਹੈ, ਤਕਰੀਬਨ 120 ਸਾਲ ਭਗਤ ਜੀ ਦੀ ਕੁੱਲ ਉਮਰ ਹੋਈ ਹੈ ਜੀ। ਤੇ 100 ਸਾਲ ਤੋਂ ਉੱਤੇ ਉਮਰ ਸੀ ਜੀ ਕਬੀਰ ਸਾਹਿਬ ਦੀ ਉਸ ਵੇਲੇ, ਜਦੋਂ ਇੱਕ ਸਾਧੂਆਂ ਦੀ ਟੋਲੀ ਭਗਤ ਜੀ ਨੂੰ ਮਿਲਣ ਵਾਸਤੇ ਆਈ। ਭਗਤ ਜੀ ਮਹਾਰਾਜ ਤਾਂ ਬਹੁਤ ਸਤਿਕਾਰ ਕਰਦੇ ਸੀ ਹਮੇਸ਼ਾ ਹੀ ਹਰੇਕ ਦਾ, ਤੇ ਸਾਧੂ ਬਾਣੇ ਦਾ ਤਾਂ ਵਿਸ਼ੇਸ਼ ਕਰਕੇ ਬਹੁਤ ਸਤਿਕਾਰ ਕਰਦੇ ਸੀ ਭਗਤ ਜੀ ਮਹਾਰਾਜ। ਤੇ ਕਬੀਰ ਸਾਹਿਬ ਜੀ ਨੇ ਉਹਨਾਂ ਦਾ ਬੜਾ ਸਤਿਕਾਰ ਕੀਤਾ। ਆਓ ਜੀ, ਜੀ ਆਇਆਂ ਨੂੰ, ਆਓ ਜੀ, ਜੀ ਆਇਆਂ ਨੂੰ ਆਖਿਆ। ਉਹਨਾਂ ਦੇ ਵਿੱਚ ਇੱਕ ਜਿਹੜਾ ਵਿਦਵਾਨ ਸੱਜਣ ਸੀ, ਉਹ ਤੀਰਥਾਂ ਦੀ ਬਹੁਤੀ ਸਿਫਤ ਕਰ ਰਿਹਾ ਸੀ ਆਪਣੇ ਬਚਨਾਂ ਦੇ ਵਿੱਚ। ਉਹ ਕਹਿੰਦਾ ਸੀ ਗੰਗਾ ਦੇ ਇਸ਼ਨਾਨ ਦਾ ਬਹੁਤਾ ਵੱਡਾ ਮਹਾਨ ਮਹਾਤਮ ਹੈ। ਕਬੀਰ ਸਾਹਿਬ ਜੀ ਮਹਾਰਾਜ ਸੁਣੀ ਗਏ, ਤੇ ਹੁਣ ਇਹਦੇ ਬਾਰੇ ਜਗਿਆਸੂਆਂ ਨੇ, ਪ੍ਰੇਮੀਆਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਕਿਰਪਾ ਕਰਕੇ ਦੱਸੋ ਬਈ ਇਹ ਜਿਹੜਾ ਤੀਰਥਾਂ ਦਾ ਇਸ਼ਨਾਨ ਹੈ, ਕਿ ਜੇ ਕੋਈ ਰੋਜ਼ ਗੰਗਾ ਤੇ ਇਸ਼ਨਾਨ ਕਰਦਾ ਹੈ ਜਾਂ 6 ਮਹੀਨੇ ਸਾਲ ਬਾਅਦ ਕਰਦਾ, ਉਹਨੂੰ ਕਿੰਨਾ ਕੁ ਫਲ ਮਿਲਦਾ? ਕਬੀਰ ਸਾਹਿਬ ਜੀ ਨੇ ਮੁਸਕਰਾ ਕੇ ਨਾ ਇੱਕ ਸ਼ਲੋਕ ਉਚਾਰਨ ਕੀਤਾ। ਕਹਿੰਦੇ ਕਬੀਰ ਗੰਗਾ ਤੀਰ ਜੋ ਘਰ ਕਰ ਹੈ, ਕਹਿੰਦੇ ਕਿਤੇ ਕਿਤੇ ਜਾ ਕੇ ਇਸ਼ਨਾਨ ਕਰਨ ਦੀ ਤੇ ਗੱਲ ਛੱਡ ਦਿਓ, 6 ਮਹੀਨੇ ਸਾਲ ਬਾਅਦ ਇਸ਼ਨਾਨ ਕਰਨ ਦੀ ਤੇ ਗੱਲ ਛੱਡ ਦਿਓ। ਤੀਰ ਕਹਿੰਦੇ ਨੇ ਕਿਨਾਰੇ ਨੂੰ, ਜੇ ਕੋਈ ਗੰਗਾ ਦੇ ਕਿਨਾਰੇ ਤੇ ਘਰ ਪਾ ਕੇ ਬਹਿ ਜਾਏ, ਹਰ ਰੋਜ਼ ਗੰਗਾ ਦੇ ਵਿੱਚ ਇਸ਼ਨਾਨ ਕਰੇ, ਦਿਨ 'ਚ 2 ਵਾਰੀ ਵੀ ਇਸ਼ਨਾਨ ਕਰ ਲਵੇ ਗੰਗਾ ਦੇ ਵਿੱਚ, ਔਰ ਇਸੇ ਪ੍ਰਕਾਰ ਜਿੰਨਾ ਰੋਜ਼ ਜਲ ਉਹਨੂੰ ਪੀਣ ਵਾਸਤੇ ਚਾਹੀਦਾ ਉਹ ਵੀ ਗੰਗਾ ਦਾ ਹੀ ਪੀਵੇ, ਪ੍ਰਸ਼ਾਦ ਪਾਣੀ ਤਿਆਰ ਕਰਨ ਲਈ ਜਲ ਚਾਹੀਦਾ ਉਹ ਵੀ ਗੰਗਾ ਦਾ ਹੀ ਜਲ ਵਰਤੇ। ਕਬੀਰ ਗੰਗਾ ਤੀਰ ਜੋ ਘਰ ਕਰ ਹੈ, ਅਰ ਪੀਵਹਿ ਨਿਰਮਲ ਨੀਰ। ਪਰ ਅੱਗੇ ਕੀ ਕਹਿਤਾ ਜੀ, ਬਿਨ ਹਰ ਭਗਤ ਨਾ ਮੁਕਤ ਹੋਏ। ਕਹਿੰਦੇ ਮੁਕਤੀ ਦਾ ਸੰਬੰਧ ਤੀਰਥਾਂ ਦੇ ਇਸ਼ਨਾਨ ਦੇ ਨਾਲ ਨਹੀਂ ਹੈ। ਇਦਾਂ ਨਹੀਂ ਹੈ ਕੋਈ ਵੀ ਕਰਮ ਮਾੜੇ ਕਰੀ ਜਾਵੇ, ਕਰਤੂਤ ਮਾੜੀ ਹੋਵੇ, ਨਾਮ ਜਪੇ ਨਾ, ਸਿਮਰਨ ਕਰੇ ਨਾ, ਤੇ ਆਖੇ ਮੈਂ ਗੰਗਾ ਤੇ ਇਸ਼ਨਾਨ ਕਰ ਲਿਆ ਹੁਣ ਮੈਂ ਮੁਕਤ ਹੋ ਜਾਣਾ। ਤੇ ਕਹਿੰਦੇ ਇਦਾਂ ਨਹੀਂ ਹੋ ਸਕਦਾ। ਭਾਵੇਂ ਗੰਗਾ ਦੇ ਕੰਢੇ ਤੇ ਘਰ ਪਾ ਕੇ ਬਹਿ ਜਾ ਪਿਆਰਿਆ, ਪਿਆਰੇ ਜੀ ਮੁਕਤੀ ਨਹੀਂ ਹੋਣੀ ਨਾਮ ਤੋਂ ਬਿਨਾ। ਪਿਆਰਿਆ ਮੁਕਤੀ ਨਹੀਂ ਹੋਣੀ ਨਾਮ ਤੋਂ ਬਿਨਾ। ਮੁਕਤੀ ਨਾ ਹੋਣੀ ਨਾਮ ਤੋਂ ਬਿਨਾ। ਪਿਆਰੇ ਜੀ ਮੁਕਤੀ ਨਾ ਹੋਣੀ ਨਾਮ ਤੋਂ ਬਿਨਾ। ਪਿਆਰਿਆ ਮੁਕਤੀ ਨਾ ਹੋਣੀ ਨਾਮ ਤੋਂ ਬਿਨਾ। ਪਿਆਰੇ ਜੀ ਮੁਕਤੀ ਨਾ ਹੋਣੀ ਨਾਮ ਤੋਂ ਬਿਨਾ। ਗੰਗਾ ਦੇ ਕਿਨਾਰੇ ਘਰ ਪਾਲੇ, ਮੁਕਤੀ ਨਾ ਹੋਣੀ ਨਾਮ ਤੋਂ ਬਿਨਾ। ਭਾਵੇਂ ਗੰਗਾ ਦੇ ਕਿਨਾਰੇ ਘਰ, ਮੁਕਤੀ ਨਾ ਹੋਣੀ ਨਾਮ ਤੋਂ ਬਿਨਾ। ਭਾਵੇਂ ਗੰਗਾ ਦੇ ਕਿਨਾਰੇ ਘਰ ਪਾਲੇ, ਮੁਕਤੀ ਨਾ ਹੋਣੀ ਨਾਮ ਤੋਂ ਬਿਨਾ। ਭਾਵੇਂ ਗੰਗਾ ਦੇ ਕਿਨਾਰੇ ਘਰ ਪਾਲੇ, ਮੁਕਤੀ ਨਾ ਹੋਣੀ ਨਾਮ ਤੋਂ ਬਿਨਾ। ਭਾਵੇਂ ਗੰਗਾ ਦੇ ਕਿਨਾਰੇ ਘਰ ਪਾਲੇ, ਮੁਕਤੀ ਨਾ ਹੋਣੀ ਨਾਮ ਤੋਂ ਬਿਨਾ। ਭਾਵੇਂ ਗੰਗਾ ਦੇ ਕਿਨਾਰੇ ਘਰ ਪਾਲੇ, ਮੁਕਤੀ ਨਾ ਹੋਣੀ ਨਾਮ ਤੋਂ ਬਿਨਾ। ਨਾਮ ਤੋਂ ਬਿਨਾ ਮੁਕਤੀ ਨਹੀਂ ਹੋ ਸਕਦੀ, ਭਾਵੇਂ ਕੋਈ ਗੰਗਾ ਦੇ ਕੰਢੇ ਤੇ ਘਰ ਪਾ ਕੇ ਬਹਿ ਜਾਏ। ਹੁਣ ਵਿਚਾਰਾਂ ਹੁੰਦੀਆਂ ਨੂੰ ਕੁਝ ਸਮਾਂ ਹੋਇਆ ਤੇ ਸੇਵਾਦਾਰ ਆ ਕੇ ਕਹਿੰਦਾ, ਮਹਾਰਾਜ ਜੀ ਪ੍ਰਸ਼ਾਦ ਪਾਣੀ ਤਿਆਰ ਹੈ ਤੇ ਸਾਰੇ ਮਹਾਂਪੁਰਖਾਂ ਨੂੰ ਪ੍ਰਸ਼ਾਦ ਪਾਣੀ ਛਕਾਈਏ। ਹੁਣ ਉਹ ਸੰਤਾਂ ਦੀ ਸਾਧਾਂ ਦੀ ਜਿਹੜੀ ਟੋਲੀ ਆਈ ਸੀ, ਕਬੀਰ ਸਾਹਿਬ ਜੀ ਨੇ ਉਹਨਾਂ ਅੱਗੇ ਹੱਥ ਜੋੜ ਕੇ ਆਖਣਾ ਕੀਤਾ, ਕਹਿੰਦੇ ਮਹਾਂਪੁਰਸ਼ੋ ਵਿਚਾਰਾਂ ਤੇ ਹੁੰਦੀਆਂ ਰਹਿਣਗੀਆਂ, ਤੁਸੀਂ ਸਾਡੇ ਕੋਲ ਰਹੋ ਅੱਜ, ਤੇ ਹੁਣ ਕਿਰਪਾ ਕਰੋ ਵੀ ਭੋਜਨ ਤਿਆਰ ਹੈ, ਰੁੱਖਾ ਸੁੱਖਾ ਜੋ ਵੀ ਬਣਿਆ ਹੈ ਤੁਸੀਂ ਕਿਰਪਾ ਕਰਕੇ ਭੋਜਨ ਛਕੋ। ਤੇ ਹੁਣ ਕੁਝ ਕੁ ਤੇ ਸਾਧੂ ਜਿਹੜੇ ਸੀਗੇ ਜੀ ਚੰਗੇ ਸੁਭਾਅ ਦੇ ਸੀ, ਤੇ ਜਿਹੜੇ ਕੁਝ ਕੁ ਸੀਗੇ ਉਹਨਾਂ ਦੇ ਮਨਾਂ ਦੇ ਵਿੱਚ ਜਾਤ ਦਾ ਬੜਾ ਅਭਿਮਾਨ ਸੀ।
ਉਹ ਕਹਿਣ ਲੱਗੇ, ਕਹਿੰਦੇ ਅਸੀਂ ਤੁਹਾਡੇ ਨਾਲੋਂ ਉੱਚੇ ਹਾਂ, ਅਸੀਂ ਤੁਹਾਡੇ ਨਾਲੋਂ ਖਾਸ ਹਾਂ, ਵਿਸ਼ੇਸ਼ ਹਾਂ। ਤੁਸੀਂ ਸ਼ੂਦਰ ਹੋ, ਤੁਸੀਂ ਨੀਵੇਂ ਹੋ, ਨੀਚ ਜਾਤ ਦੇ ਹੋ, ਤੇ ਅਸੀਂ ਤੁਹਾਡਾ ਭੋਜਨ ਅਸੀਂ ਗ੍ਰਹਿਣ ਨਹੀਂ ਕਰ ਸਕਦੇ। ਅਸੀਂ ਭਿੱਟੇ ਜਾਣਾ ਜੇ ਅਸੀਂ ਤੁਹਾਡਾ ਭੋਜਨ ਛਕਾਂਗੇ। ਕਬੀਰ ਸਾਹਿਬ ਮਹਾਰਾਜ ਕਹਿੰਦੇ, ਪ੍ਰੇਮੀਓ, ਸਾਧੂ ਵੀ ਬਣੇ, ਘਰ-ਬਾਰ ਵੀ ਛੱਡਿਆ, ਸਮਾਜ ਤੋਂ ਵੱਖਰੇ ਵੀ ਹੋਏ, ਪਰ ਫਿਰ ਵੀ ਜੇ ਆਹੀ ਗੱਲਾਂ ਮਨ ਦੇ ਵਿੱਚ ਰਹੀਆਂ ਤਾਂ ਫਿਰ ਘਰ-ਬਾਰ ਛੱਡੇ ਦਾ ਕੀ ਫਾਇਦਾ ਹੋਇਆ, ਕੀ ਲਾਭ ਹੋਇਆ? ਉਹ ਕਹਿੰਦੇ, ਤੁਸੀਂ ਸਾਬਤ ਕਰੋ ਵੀ ਅਸੀਂ ਤੁਹਾਡੇ ਨਾਲੋਂ ਵਿਸ਼ੇਸ਼ ਨਹੀਂ। ਸਾਨੂੰ ਸ਼ਾਸਤਰਾਂ ਨੇ, ਸਾਨੂੰ ਸਾਡੇ ਧਰਮ ਦੀ ਮਰਿਆਦਾ ਨੇ ਕਿਹਾ ਵੀ ਬ੍ਰਾਹਮਣ ਨੇ ਜਿਹੜੇ ਉੱਚੇ ਨੇ, ਅਸੀਂ ਬ੍ਰਾਹਮਣ ਕੁਲ ਦੇ ਵਿੱਚੋਂ ਆ, ਇਸ ਕਰਕੇ ਅਸੀਂ ਉੱਚੇ ਹਾਂ। ਫਿਰ ਕਬੀਰ ਸਾਹਿਬ ਜੀ ਨੇ ਨਾ ਜੀ ਜਿਹੜਾ ਸ਼ਬਦ ਉਚਾਰਨ ਕੀਤਾ, ਉਸ ਵੇਲੇ ਉਹਦੀਆਂ ਰਹਾਉ ਵਾਲੀਆਂ ਪੰਕਤੀਆਂ ਨੇ, ਲੋਗਾ ਭਰਮ ਨਾ ਭੁੱਲੋ ਭਾਈ। ਇਹ ਲੋਕੋ, ਰੱਬ ਦੀ ਹਸਤੀ ਬਾਰੇ ਜਾਂ ਰੱਬ ਦੇ ਬਣਾਏ ਹੋਏ ਬੰਦਿਆਂ ਬਾਰੇ ਕਿਸੇ ਭੁਲੇਖੇ ਦੇ ਵਿੱਚ ਨਾ ਰਹੋ। ਖਾਲਕ ਖਲਕ, ਖਲਕ ਮਹਿ ਖਾਲਕ, ਪੂਰ ਰਹਿਓ ਸਰਬ ਠਾਈ। ਪਰਮਾਤਮਾ ਜਿਹੜਾ ਸਾਰੀ ਖਲਕਤ ਨੂੰ ਪੈਦਾ ਕਰਨ ਵਾਲਾ ਤੇ ਸਾਰੀ ਖਲਕਤ ਦੇ ਵਿੱਚ ਮੌਜੂਦ ਹੈ, ਸਭ ਥਾਂ ਭਰਪੂਰ ਹੈ, ਕਿਸੇ ਵਿੱਚ ਘੱਟ ਨਹੀਂ, ਕਿਸੇ ਵਿੱਚ ਵੱਧ ਨਹੀਂ। ਸਾਰਿਆਂ ਨੂੰ ਬਣਾਉਣ ਵਾਲਾ ਉਹ ਆਪ ਹੀ ਹੈ, ਸਾਰਿਆਂ ਨੂੰ ਬਣਾਉਣ ਵਾਲਾ, ਸਾਰਿਆਂ ਨੂੰ ਸਾਜਣ ਵਾਲਾ, ਸਾਰਿਆਂ ਨੂੰ ਰੋਜੀ ਦੇਣ ਵਾਲਾ, ਸਾਰਿਆਂ ਦੀ ਸੰਭਾਲ ਕਰਨ ਵਾਲਾ ਉਹ ਇੱਕ ਪਰਮਾਤਮਾ ਹੈ। ਉਹ ਤੇ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਉਹਨੇ ਕਿਸੇ ਨੂੰ 6 ਤੱਤ ਨਹੀਂ ਲਾਏ, ਕਿਸੇ ਨੂੰ 4 ਤੱਤ ਨਹੀਂ ਲਾਏ, ਸਾਰਿਆਂ ਦੇ ਸਰੀਰ 5 ਤੱਤਾਂ ਦੇ ਬਣਾਏ ਹੈ। ਤੇ ਫਿਰ ਤੁਸੀਂ ਕਿਉਂ ਵਿਤਕਰਾ ਕਰਦੇ ਹੋ? ਹੁਣ ਇਸ ਪਾਵਨ ਸ਼ਬਦ ਦੇ ਵਿੱਚ ਉਹਨਾਂ ਨੇ ਬਚਨ ਕੀਤਾ ਜੀ, ਕਹਿੰਦੇ ਅਵਲ ਅੱਲਾਹ ਨੂਰ ਉਪਾਇਆ। ਕੁਦਰਤ ਕੇ ਸਭ ਬੰਦੇ, ਸਭ ਤੋਂ ਪਹਿਲਾਂ ਖੁਦਾ ਦਾ ਨੂਰ ਹੀ ਹੈ ਜਿਹਨੇ ਸਾਰਾ ਸੰਸਾਰ ਪੈਦਾ ਕੀਤਾ ਹੈ। ਤੇ ਆਪਣੀ ਮਾਇਆ ਦਾ ਸਦਕਾ, ਆਪਣੀ ਸ਼ਕਤੀ ਦਾ ਸਦਕਾ ਉਹਨੇ ਸਾਰਾ ਸੰਸਾਰ ਜੀ ਜੰਤ ਬਣਾਏ। ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ। ਕਿਸੇ ਨੂੰ ਵੀ ਬਣਾਉਣ ਵਾਲਾ ਦੂਜਾ ਰੱਬ ਨਹੀਂ, ਸਾਰਿਆਂ ਨੂੰ ਬਣਾਇਆ ਤੇ ਇੱਕ ਰੱਬ ਨੇ ਬਣਾਇਆ, ਇੱਕ ਪਰਮਾਤਮਾ ਨੇ ਬਣਾਇਆ। ਏਕ ਨੂਰ ਤੇ ਸਭ ਜਗ ਉਪਜਿਆ। ਇੱਕ ਨੂਰ ਤੋਂ, ਪਰਮਾਤਮਾ ਤੋਂ ਹੀ ਸਾਰਾ ਸੰਸਾਰ ਪੈਦਾ ਹੋਇਆ। ਤੇ ਜਦੋਂ ਬਣਾਉਣ ਵਾਲਾ ਇੱਕ ਹੈ, ਸਰੀਰਾਂ ਦੀ ਬਣਤਰ ਉਹਨੇ ਇੱਕੋ ਤਰੀਕੇ ਨਾਲ ਬਣਾਈ ਹੈ ਸਭ ਦੀ, ਤਾਂ ਫੇਰ ਕਹਿੰਦੇ ਕੌਣ ਭਲੇ ਕੋ ਮੰਦੇ। ਕਿਹਨੂੰ ਤੁਸੀਂ ਚੰਗਾ ਕਹੋਗੇ ਤੇ ਕਿਹਨੂੰ ਤੁਸੀਂ ਮਾੜਾ ਕਹੋਗੇ, ਕਿਹਨੂੰ ਤੁਸੀਂ ਉੱਚਾ ਕਹੋਗੇ ਤੇ ਕਿਹਨੂੰ ਤੁਸੀਂ ਨੀਵਾਂ ਕਹੋਗੇ। ਬਣਾਉਣ ਵਾਲਾ ਇੱਕ ਹੈ, ਇੱਕ ਤਰੀਕੇ ਨਾਲ ਹੀ ਸਾਰੇ ਸੰਸਾਰ ਨੂੰ ਉਹਨੇ ਬਣਾਇਆ। ਜਿਵੇਂ ਇੱਕ ਦਾ ਜਨਮ ਹੁੰਦਾ ਹੈ, ਦੂਜਿਆਂ ਦਾ ਵੀ ਉਵੇਂ ਹੁੰਦਾ ਹੈ। ਤੇ ਫਿਰ ਵੱਡਾ ਛੋਟਾ, ਮਾੜਾ ਚੰਗਾ, ਉੱਚਾ ਨੀਵਾਂ, ਹਾਂ ਕਹਿੰਦੇ ਇੱਕ ਤਰੀਕੇ ਨਾਲ ਤਾਂ ਹੈਗੇ ਆ, ਆਪੋ ਆਪਣੇ ਕਰਮਾਂ ਕਰਕੇ ਮਾੜੇ ਚੰਗੇ ਹੁੰਦੇ ਆ। ਸਰੀਰ ਚੋਰ ਦਾ ਵੀ ਉਹੋ ਜਿਹਾ, ਸਰੀਰ ਸਾਧ ਦਾ ਵੀ ਉਹੋ ਜਿਹਾ, ਪਰ ਕਰਮ ਦਾ ਫਰਕ ਹੈ। ਸਾਧੂ ਦੇ ਕਰਮ ਪਰਉਪਕਾਰੀ, ਭਲਾ ਕਰਨਾ ਸੰਸਾਰ ਦਾ, ਤੇ ਚੋਰ ਦਾ ਕੰਮ ਦੂਜਿਆਂ ਨੂੰ ਲੁੱਟਣਾ। ਬਸ ਕਹਿੰਦੇ ਕਰਮ ਦਾ ਫਰਕ ਹੈ, ਸਰੀਰ ਦਾ ਫਰਕ ਨਹੀਂ ਹੈ। ਉਹਦੀ ਦਰਗਾਹ ਦੇ ਵਿੱਚ ਵੀ ਕਰਮਾਂ ਦੇ ਹਿਸਾਬ ਦੇ ਨਾਲ ਵਿਚਾਰ ਹੋਣੀ ਹੈ। ਉੱਥੇ ਅਮਲਾਂ ਦੇ ਹੋਣਗੇ ਨਵੇੜੇ, ਕਿਸੇ ਨੀ ਤੇਰੀ ਜਾਤ ਪੁੱਛਣੀ। ਅਮਲਾਂ ਦੇ ਹੋਣਗੇ, ਕਿਸੇ ਨੀ ਤੇਰੀ ਜਾਤ ਪੁੱਛਣੀ। ਉਹਦੇ ਅਮਲਾਂ ਦੇ ਹੋਣਗੇ ਨਵੇੜੇ, ਕਿਸੇ ਨੀ ਤੇਰੀ ਜਾਤ ਪੁੱਛਣੀ। ਉਹਦੇ ਅਮਲਾਂ ਦੇ ਹੋਣਗੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ। ਉਹਦੇ ਅਮਲਾਂ ਦੇ ਹੋਣਗੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ। ਉਹਦੇ ਅਮਲਾਂ ਦੇ ਹੋਣਗੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ। ਪਿਆਰੇ ਜੀ ਕਿਸੇ ਨੀ ਤੇਰੀ ਜਾਤ ਪੁੱਛਣੀ। ਪਿਆਰਿਆ
किसे नहीं तेरी जात पुछनी। प्यारे जी किसे ना तेरी जात पुछनी। प्यारिया किसे ना तेरी जात पुछनी। प्यारे जी किसे ना तेरी जात पुछनी। प्यारिया किसे ना तेरी जात पुछनी। ते अमला दे होणगे नवेड़े, उथे अमला दे होणगे नवेड़े। 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 उथे अमला दे होणगे नवेड़े जी होणगे। किसे दी तेरी जात पुछनी, उथे अमला दे होणगे। किसे नहीं तेरी जात पुछनी। उथे अमला दे होणगे नवेड़े। किसे ना मेरी जात पुछनी। उथे अमला दे होणगे नवेड़े। किसे ना तेरी जात पुछनी। उथे अमला दे होणगे नवेड़े। किसे ना तेरी जात पुछनी। उथे अमला दे होणगे नवेड़े। किसे ना तेरी जात पुछनी। ਹੁਣ ਭਗਤ ਕਬੀਰ ਸਾਹਿਬ ਜੀ ਇਸ ਪਾਵਨ ਸ਼ਬਦ ਦੇ ਵਿੱਚ ਫਰਮਾਨ ਕਰਦੇ ਨੇ, ਲੋਗਾ ਭਰਮ ਨਾ ਭੁੱਲੋ ਭਾਈ। ਐਵੇਂ ਭੁਲੇਖੇ ਵਿੱਚ ਪੈ ਕੇ ਖੁਆਰ ਨਾ ਹੋਵੋ, ਆਪਣੇ ਮਨ ਨੂੰ ਐਵੇਂ ਪਰੇਸ਼ਾਨੀ ਵਿੱਚ ਨਾ ਪਾਓ, ਭਰਮ ਵਿੱਚ ਪੈ ਕੇ। ਖਾਲਿਕ ਖਲਕ, ਖਲਕ ਮਹਿ ਖਾਲਿਕ। ਰੱਬ ਸਾਰੀ ਖਲਕਤ ਨੂੰ ਪੈਦਾ ਕਰਨ ਵਾਲਾ ਹੈ ਤੇ ਸਾਰਿਆਂ ਨੂੰ ਪੈਦਾ ਕਰਕੇ ਸਾਰਿਆਂ ਦੇ ਵਿੱਚ ਵਸਿਆ ਹੋਇਆ ਹੈ। ਪੂਰ ਰਹੇ ਉਸ ਰੱਬ ਥਾਈ, ਸਾਰੇ ਥਾਵਾਂ 'ਚ ਭਰਪੂਰ ਹੈ। ਕਿਸੇ ਵਿੱਚ ਪਰਮਾਤਮਾ ਦੀ ਜੋਤ ਘੱਟ ਨਹੀਂ ਹੈ, ਕਿਸੇ ਵਿੱਚ ਵੱਧ ਨਹੀਂ ਹੈ। ਫਰਕ ਸਿਰਫ ਇੰਨਾ ਹੀ ਹੈ, ਜੇ ਸੌਖਾ ਸਮਝਣਾ ਹੈ ਤੇ ਜਿਵੇਂ ਲਾਲਟਣ ਹੁੰਦੀ ਹੈ ਨਾ, ਲਾਲਟਣ ਦੀ ਜਿਹੜੀ ਚਿਮਨੀ ਹੁੰਦੀ ਹੈ ਕੱਚ ਦੀ, ਜੇ ਉਹ ਚਿਮਨੀ ਦੇ ਅੰਦਰ ਕਾਲਕ ਜੰਮੀ ਹੋਵੇ ਤਾਂ ਰੋਸ਼ਨੀ ਬਾਹਰ ਬਹੁਤ ਘੱਟ ਆਉਂਦੀ ਹੈ। ਜ਼ਿਆਦਾ ਕਾਲਕ ਜੰਮੀ ਹੋਵੇ ਤਾਂ ਰੋਸ਼ਨੀ ਅੰਦਰ ਹੀ ਅੰਦਰ ਰਹਿੰਦੀ ਹੈ, ਕਾਲਕੇ ਦਿਸਦੀ ਹੈ, ਰੋਸ਼ਨੀ ਬਾਹਰ ਆਉਂਦੀ ਨਹੀਂ ਹੈ। ਤੇ ਜੇ ਉਹ ਕਾਲਕ ਸਾਫ਼ ਹੋ ਜੇ ਤਾਂ ਰੋਸ਼ਨੀ ਪੂਰੀ ਤਰ੍ਹਾਂ ਦੇ ਨਾਲ ਬਾਹਰ ਆਉਂਦੀ ਹੈ ਤੇ ਜਗਮਗ ਜਗਮਗ ਹੋ ਜਾਂਦੀ ਹੈ। ਇਸ ਪ੍ਰਕਾਰ ਪਰਮਾਤਮਾ ਤਾਂ ਸਾਰਿਆਂ ਦੇ ਅੰਦਰ ਵਸਿਆ ਹੋਇਆ ਹੈ, ਉਹ ਜੋਤ ਸਾਰਿਆਂ ਵਿੱਚ ਜਗ ਰਹੀ ਹੈ। ਪਰ ਉਹ ਜਿਵੇਂ ਚਿਮਨੀ ਕਾਲੀ ਹੋਵੇ ਤੇ ਜੋਤ ਬਾਹਰ ਦਿਸਦੀ ਨਹੀਂ ਹੈ, ਚਿਮਨੀ ਸਾਫ਼ ਹੋ ਜਾਏ ਤੇ ਪ੍ਰਕਾਸ਼ ਬਾਹਰ ਆਉਂਦਾ ਹੈ। ਇੱਦਾਂ ਜਿਹੜੇ ਰੱਬ ਦੇ ਸੰਤ ਭਗਤ ਹੁੰਦੇ, ਉਹਨਾਂ ਦਾ ਅੰਤਸ਼ਕਰਨ ਸ਼ੁੱਧ ਹੁੰਦਾ ਹੈ। ਇਸ ਕਰਕੇ ਉਹਨਾਂ ਦੇ ਅੰਦਰ ਪਰਮਾਤਮਾ ਪ੍ਰਗਟ ਹੋ ਕੇ ਬੈਠਾ ਹੁੰਦਾ ਹੈ। ਤੇ ਜਿਹੜੇ ਨੇ ਵਿਕਾਰੀ ਬਿਰਤੀ ਹੈ, ਕਾਲਕ ਜੰਮੀ ਹੋਈ ਹੈ ਤਾਂ ਰੱਬ ਚੋਰ ਦੇ ਵਿੱਚ ਵੀ, ਵਿਕਾਰੀ ਦੇ ਵਿੱਚ ਵੀ, ਪਰ ਉਹ ਜੋਤ ਦਾ ਪ੍ਰਕਾਸ਼ ਬਾਹਰ ਦਿਸਦਾ ਨਹੀਂ ਹੈ ਕਿਉਂਕਿ ਕਾਲਕ ਜੰਮੀ ਹੋਈ ਹੈ। ਹੁਣ ਅਗਲੀਆਂ ਪੰਕਤੀਆਂ 'ਚ ਕਬੀਰ ਸਾਹਿਬ ਕਹਿੰਦੇ ਨੇ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣਹਾਰ ਹੈ। ਸਿਰਜਣਹਾਰ ਨੇ ਇੱਕੋ ਹੀ ਮਿੱਟੀ ਤੋਂ ਵੱਖਰੇ ਵੱਖਰੇ ਕਿਸਮ ਦੇ ਜੀ ਜੰਤ ਪੈਦਾ ਕੀਤੇ ਹੈ। ਇੱਕੋ ਹੀ ਮਿੱਟੀ ਤੋਂ, ਇੱਕੋ ਜਿਹੇ ਤੱਤਾਂ ਤੋਂ ਸਾਰੇ ਜੀ ਜੰਤ ਪੈਦਾ ਕੀਤੇ ਹੈ। ਚਾਰੇ ਖਾਣੀਆਂ ਦੇ ਜੀਵ ਨੇ ਜਿਹੜੇ। ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੈ। ਜਿੱਥੋਂ ਤੱਕ ਜੀਵਾਂ ਦੇ ਅਸਲੇ ਦਾ ਸੰਬੰਧ ਹੈ, ਨਾ ਇਹਨਾਂ ਮਿੱਟੀ ਦੇ ਭਾਂਡਿਆਂ ਦੇ ਵਿੱਚ ਕੋਈ ਊਣਤਾ ਰੱਖੀ ਪਰਮਾਤਮਾ ਨੇ, ਤੇ ਨਾ ਇਹਨਾਂ ਭਾਂਡਿਆਂ ਨੂੰ ਬਣਾਉਣ ਵਾਲੇ ਘੁਮਿਆਰ ਪਰਮਾਤਮਾ ਦੇ ਵਿੱਚ ਕੋਈ ਊਣਤਾ ਹੀ ਹੈ। ਪਰਮਾਤਮਾ ਵੀ ਪੂਰਾ ਤੇ ਪਰਮਾਤਮਾ ਨੇ ਆਪਣੀ ਕਿਰਤ ਵੀ ਪੂਰੀ ਬਣਾਈ ਹੈ। ਇਸ ਸਰੀਰ ਨੂੰ ਸ਼ਿੰਗਾਰਿਆ ਹੈ ਪਰਮੇਸ਼ਰ ਨੇ। ਸਭ ਮੈਂ ਸੱਚਾ ਏਕੋ ਸੋਈ, ਤਿਸਕਾ ਕੀਆ ਸਭ ਕੁਛ ਹੋਈ। ਉਹ ਸਦਾ ਕਾਇਮ ਰਹਿਣ ਵਾਲਾ,
ਸਦਾ ਸਥਿਰ ਰਹਿਣ ਵਾਲਾ ਪਰਮੇਸ਼ਰ ਸਾਰਿਆਂ ਜੀਵਾਂ ਦੇ ਵਿੱਚ ਵਸਦਾ ਆ, ਸਾਰਿਆਂ ਜੀਵਾਂ ਵਿੱਚ ਵਸ ਰਿਹਾ ਹੈ। ਜੋ ਕੁਛ ਜਗਤ ਵਿੱਚ ਹੋ ਰਿਹਾ ਉਹ ਪਰਮਾਤਮਾ ਦਾ ਕੀਤਾ ਹੋ ਰਿਹਾ। ਐ ਸੰਤ ਜਨੋ, ਪਰਮਾਤਮਾ ਨੇ ਸਭ ਨੂੰ ਬਣਾਇਆ ਹੈ, ਇੱਕੋ ਜਿਹਾ ਬਣਾਇਆ ਹੈ, ਤਾਂ ਫਿਰ ਵਿਤਕਰਾ ਕਿਸ ਗੱਲ ਦਾ? ਸਭ ਮੈਂ ਸੱਚਾ ਏਕੋ ਸੋਈ, ਤਿਸਕਾ ਕੀਆ ਸਭ ਕਛ ਹੋਈ, ਹੁਕਮ ਪਛਾਨੈ ਸੋ ਏਕੋ ਜਾਣੈ, ਬੰਦਾ ਕਹੀਐ ਸੋਈ। ਉਹੀ ਮਨੁੱਖ ਰੱਬ ਦਾ ਪਿਆਰਾ ਬੰਦਾ ਕਿਹਾ ਜਾ ਸਕਦਾ, ਉਹਦਾ ਭਗਤ ਕਿਹਾ ਜਾ ਸਕਦਾ, ਉਹਦਾ ਸੰਤ ਕਿਹਾ ਜਾ ਸਕਦਾ, ਜਿਹੜਾ ਉਹਦੀ ਰਜ਼ਾ ਨੂੰ ਪਛਾਣਦਾ ਹੈ, ਜਿਹੜਾ ਉਹਦੇ ਹੁਕਮ ਦੇ ਨਾਲ ਆਪਣੀ ਸਾਂਝ ਬਣਾ ਲੈਂਦਾ ਹੈ, ਉਹਦੇ ਹੁਕਮ ਨੂੰ ਮੰਨਦਾ ਹੈ। ਜੋ ਪਰਮਾਤਮਾ ਕਰਦਾ ਹੈ ਉਹਦੇ ਅੱਗੇ ਸਿਰ ਝੁਕਾ ਦਿੰਦਾ ਵੀ ਵਾਹਿਗੁਰੂ ਜੋ ਤੂੰ ਕਰ ਰਿਹਾ ਠੀਕ ਕਰ ਰਿਹਾ ਹੈ। ਪਰੇਸ਼ਾਨੀ ਤਾਂ ਇਸੇ ਗੱਲ ਦੀ ਹੈ ਨਾ ਜੀ, ਸਾਡੇ ਮਨ ਦੀ ਮਨਸ਼ਾ ਕੁਛ ਹੋਰ ਹੁੰਦੀ ਹੈ, ਪਰਮਾਤਮਾ ਕੁਛ ਹੋਰ ਕਰ ਰਿਹਾ ਹੁੰਦਾ ਹੈ। ਹੋਣਾ ਤਾਂ ਉਹੀ ਹੈ ਜੋ ਪਰਮਾਤਮਾ ਨੇ ਕਰਨਾ ਹੈ। ਜੇ ਕਬੀਰ ਸਾਹਿਬ ਜੀ ਕਹਿੰਦੇ ਨੇ ਇਸ ਗੱਲ ਨੂੰ ਪਛਾਣ ਲਵੇ ਜਿਹੜਾ ਹੁਕਮ ਪਛਾਣੈ ਸੋ ਇੱਕੋ ਜਾਣੈ, ਜਿਹੜਾ ਪਛਾਣ ਗਿਆ ਉਹ ਸਾਰਿਆਂ ਵਿੱਚ ਇੱਕ ਪਰਮਾਤਮਾ ਨੂੰ ਵੇਖਣ ਲੱਗ ਪੈਂਦਾ ਹੈ। ਬੰਦਾ ਕਹੀਏ ਸੋਈ, ਫਿਰ ਪਰਮਾਤਮਾ ਦੇ ਨਿਗਾਹ ਵਿੱਚ ਉਹ ਬੰਦਿਆਂ ਵਿੱਚ ਗਿਣਿਆ ਜਾਂਦਾ ਹੈ। ਜਿਹੜਾ ਹੁਕਮ ਨੂੰ ਜਾਣ ਲੈਂਦਾ ਉਹ ਭਲਾ ਗਿਣਿਆ ਜਾਂਦਾ। ਅੱਲਾਹੋ ਅਲਖ ਨਾ ਜਾਈ ਲਖਿਆ, ਗੁਰ ਗੁੜ ਦੀਨਾ ਮੀਠਾ। ਉਹ ਰੱਬ ਐਸਾ ਹੈ ਜਿਸ ਦਾ ਮੁਕੰਮਲ ਸਰੂਪ ਕੋਈ ਵੀ ਨਹੀਂ ਬਿਆਨ ਕਰ ਸਕਦਾ। ਇੱਕ ਬੂੰਦ ਸਾਗਰ ਦੇ ਵਿੱਚ ਮਿਲ ਕੇ ਸਾਗਰ ਦਾ ਰੂਪ ਹੋ ਸਕਦੀ ਹੈ, ਪਰ ਇਹ ਨਹੀਂ ਦੱਸ ਸਕਦੀ ਵੀ ਸਾਗਰ ਕਿੱਡਾ ਕੁ ਵੱਡਾ ਹੈ। ਪਰਮਾਤਮਾ ਦੇ ਵਿੱਚ ਅਭੇਦ ਹੋ ਗਏ ਜਿਹੜੇ ਸਾਧੂ ਸੰਤ ਮਹਾਂਪੁਰਖ ਬ੍ਰਹਮ ਗਿਆਨੀ, ਉਹਨਾਂ ਨੇ ਵੀ ਇਹੀ ਗੱਲ ਕਹੀ ਵੀ ਪਰਮਾਤਮਾ ਦਾ ਅੰਤ ਨਹੀਂ ਕੋਈ ਵੀ। ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ 'ਚ ਲਿਖਦੇ ਆ, ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇਹ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿ ਨਾ ਜਾਈ। ਤੇਰੇ ਗੁਣ ਗਾਵਾਂ ਦੇ ਬੁਝਾਈ, ਜੈਸੇ ਸੱਚ ਮੈਂ ਰਹੋ ਰਜਾਈ। ਜੋ ਕਿਛ ਹੋਵਾ ਸਭ ਕਿਛ ਤੁਝ ਤੇ, ਤੇਰੀ ਸਭ ਅਸਨਾਈ, ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ, ਮੈਂ ਅੰਧਲੇ ਕਿਆ ਚਤੁਰਾਈ। हे ਵਾਹਿਗੁਰੂ, हे ਪ੍ਰਮਾਤਮਾ, ਤੇਰਾ ਮੈਂ ਅੰਤ ਨਹੀਂ ਪਾ ਸਕਦਾ। ਹੁਣ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿ ਰਹੇ ਆ, ਕਬੀਰ ਸਾਹਿਬ ਮਹਾਰਾਜ ਕਹਿ ਰਹੇ ਆ, ਤੇ ਆਪਾਂ ਕਿਹਦੇ ਪਾਣੀ ਹਾਰ ਆ ਵੀ ਆਪਾਂ ਰੱਬ ਦਾ ਅੰਤ ਪਾ ਲਾਂਗੇ ਕਿਤੇ? ਪਰਮਾਤਮਾ ਬੇਅੰਤ ਹੈ, ਅੱਲਾਹੁ ਅਲਖ ਨਾ ਜਾਈ ਲਖਿਆ, ਉਹਨੂੰ ਕੋਈ ਲਖ ਨਹੀਂ ਸਕਦਾ। ਗੁਰ ਗੁੜ ਦੀਨਾ ਮੀਠਾ। ਪਰ ਜਦੋਂ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਫਿਰ ਇੱਕ ਬਖਸ਼ਿਸ਼ ਕਰਦਾ ਹੈ। ਕਿਹੜੀ ਬਖਸ਼ਿਸ਼? ਪਰਮੇਸ਼ਰ ਦੇ ਗੁਣਾਂ ਦੀ ਸਾਂਝ, ਪਰਮੇਸ਼ਰ ਦੇ ਗੁਣਾਂ ਦੇ ਪ੍ਰਤੀ ਜਾਣਕਾਰੀ ਗੁਰੂ ਆਪਣੇ ਸੇਵਕ ਨੂੰ ਦੇ ਦਿੰਦਾ ਹੈ। ਫਿਰ ਪਰਮਾਤਮਾ ਦੀ ਸਿਫਤ ਸਲਾਹ ਕਰਨ ਦੀ ਦਾਤ ਜਦੋਂ ਗੁਰੂ ਆਪਣੇ ਸਿੱਖ ਨੂੰ ਦੇ ਦਿੰਦਾ ਹੈ, ਤਾਂ ਉਹ ਸਿਫਤ ਸਲਾਹ ਕਰਨ ਦਾ ਜਿਹੜਾ ਸਵਾਦ ਹੈ, ਕਹਿੰਦੇ ਗੁੜ ਦੀਨਾ ਮੀਠਾ, ਜਿਵੇਂ ਗੁੜ ਦੀ ਮਿਠਾਸ, ਕਹਿੰਦੇ ਐਦਾਂ ਹੀ ਬਸ ਵੀ ਪਰਮਾਤਮਾ ਦੀ ਸਿਫਤ ਸਲਾਹ ਜਿਹੜੀ ਹੈ ਉਹ ਬਹੁਤ ਮਿੱਠੀ ਲੱਗਦੀ ਹੈ। ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੈ ਗੁਰਸਿੱਖਾਂ ਮਨ ਮਿੱਠਾ। ਉਹ ਮਿੱਠੀ ਲੱਗਦੀ ਹੈ। ਫਿਰ ਪਰਮਾਤਮਾ ਦੀਆਂ ਬਾਤਾਂ, ਉਹਦੀ ਸਿਫਤ ਸਲਾਹ ਫਿਰ ਚੰਗੀ ਲੱਗਦੀ ਆ, ਉਹ ਬਾਤਾਂ ਪਿਆਰੀਆਂ ਲੱਗਦੀਆਂ ਨੇ। ਕਹਿ ਕਬੀਰ ਮੇਰੀ ਸੰਕਾ ਨਾਸੀ, ਸਰਬ ਨਿਰੰਜਨ ਡੀਠਾ। ਕਬੀਰ ਸਾਹਿਬ ਜੀ ਕਹਿੰਦੇ ਨੇ ਉਸ ਮਾਇਆ ਤੋਂ ਰਹਿਤ ਪਰਮੇਸ਼ਰ ਨੂੰ ਹਰ ਥਾਂ ਵੇਖ ਲਿਆ। ਹੁਣ ਤਾਂ ਕਹਿੰਦੇ ਸਾਰਿਆਂ ਵਿੱਚ ਹੀ ਵੇਖ ਲਿਆ, ਹੁਣ ਸਾਰਿਆਂ ਵਿੱਚ ਵਸਿਆ ਹੋਇਆ ਸਮਝ ਲੱਗ ਗਈ। ਕਿੰਨੀਆਂ ਸਾਖੀਆਂ ਤੁਸੀਂ ਪਿਛਲੇ ਦਿਨਾਂ ਤੋਂ ਸੁਣਦੇ ਆ ਰਹੇ ਹੋ ਵੀ ਕਬੀਰ ਸਾਹਿਬ ਜੀ ਦੇ ਕੋਲ ਠੱਗ ਵੀ ਆਏ, ਚੋਰ ਵੀ ਆਏ, ਪਰ ਕਬੀਰ ਸਾਹਿਬ ਜੀ ਨੇ ਤਾਂ ਕਿਸੇ ਨਾਲ ਕੋਈ ਫਰਕ ਨਹੀਂ ਕੀਤਾ। ਸਭ ਨੂੰ ਸੱਚ ਦਾ ਗਿਆਨ ਕਰਵਾ ਕੇ ਸੱਚ ਦੇ ਨਾਲ ਜੋੜ ਦਿੱਤਾ, ਪਰਮਾਤਮਾ ਨਾਲ ਜੋੜ ਦਿੱਤਾ। ਕਹਿੰਦੇ ਜੀ ਹੁਣ ਸ਼ੰਕਾ ਖਤਮ ਹੋ ਗਿਆ, ਇੱਥੇ ਦੂਜਾ ਤੇ ਹੈ ਹੀ ਕੋਈ ਨਹੀਂ, ਸਾਰਿਆਂ ਦੇ ਵਿੱਚ ਤਾਂ ਇੱਕੋ ਹੀ ਬੈਠਾ ਹੈ। ਜਦ ਇੱਕ ਬੈਠਾ ਹੈ ਤੇ ਦੁਸ਼ਮਣ ਕੌਣ ਤੇ ਮਿੱਤਰ ਕੌਣ? ਹੁਣ ਤਾਂ ਸਾਰਿਆਂ ਵਿੱਚ ਇੱਕੋ ਹੀ ਦਿਸ ਰਿਹਾ। ਕਹਿੰਦੇ ਕਹਿ ਕਬੀਰ ਮੇਰੀ ਸ਼ੰਕਾ ਨਾਸੀ, ਮੇਰੀ ਸ਼ੰਕਾ ਖਤਮ ਹੋ ਗਈ।
ਸਰਬ ਨਿਰੰਜਨ ਡੀਠਾ ਸਾਰਿਆਂ ਦੇ ਵਿੱਚ ਬੈਠਾ ਹੋਇਆ ਹੁਣ ਮੈਂ ਉਸ ਪਰਮਾਤਮਾ ਨੂੰ ਵੇਖ ਲਿਆ। ਹੁਣ ਮੈਨੂੰ ਇਸ ਗੱਲ ਦੇ ਵਿੱਚ ਰੰਚਕ ਮਾਤਰ ਵੀ ਸ਼ੱਕ ਨਹੀਂ ਰਿਹਾ, ਕੋਈ ਭੁਲੇਖਾ ਨਹੀਂ ਰਿਹਾ ਵੀ ਪਰਮਾਤਮਾ ਹੋਰ ਕਿਤੇ ਵਸਦਾ ਹੈ ਤੇ ਮੈਂ ਹੋਰ ਕਿਤੇ ਰਹਿਣਾ। ਸਾਰਿਆਂ ਦੇ ਵਿੱਚੋਂ ਵਾਹਿਗੁਰੂ ਵਸਦਾ ਹੈ। ਹੁਣ ਇਹ ਬ੍ਰਹਮ ਦੀ ਵਿਚਾਰ ਜਦੋਂ ਕਬੀਰ ਸਾਹਿਬ ਜੀ ਮਹਾਰਾਜ ਨੇ ਉਹਨਾਂ ਸੰਤਾਂ ਦੀ ਟੋਲੀ ਨੂੰ ਸੁਣਾਈ, ਜਿਹੜੇ ਤੇ ਪਹਿਲੇ ਭਾਵਨਾ ਵਾਲੇ ਸੀ ਉਹਨਾਂ ਦਾ ਤਾਂ ਪਹਿਲੇ ਸੀਸ ਝੁਕਿਆ ਹੋਇਆ ਸੀ, ਤੇ ਜਿਹੜੇ ਕੁਝ ਹੰਕਾਰੀ ਲੋਕ ਜਾਤ ਅਭਿਮਾਨੀ ਲੋਕ ਸੀ ਉਹਨਾਂ ਦਾ ਵੀ ਸੀਸ ਝੁਕ ਗਿਆ ਵੀ ਮਹਾਰਾਜ ਅਸੀਂ ਤਾਂ ਐਵੇਂ ਹੀ ਭੁਲੇਖੇ ਵਿੱਚ ਫਸੇ ਹੋਏ ਸੀ, ਐਵੇਂ ਹੀ ਭਰਮ ਦੇ ਵਿੱਚ ਪਏ ਹੋਏ ਸੀ। ਤੁਸੀਂ ਸਾਡੇ ਤੇ ਬੜਾ ਪਰਉਪਕਾਰ ਕੀਤਾ, ਜੋ ਇਹ ਸਾਡੇ ਮਨਾਂ ਨੂੰ ਭਰਮ ਦਾ ਜਿੰਦਰਾ ਲੱਗਿਆ ਹੋਇਆ ਸੀ। ਭਰਮ ਦਾ ਜਿੰਦਰਾ, ਜਿਸ ਮਨ ਨੂੰ ਭਰਮ ਦਾ ਜਿੰਦਾ ਲੱਗ ਜੇ ਉਹ ਗੁਰੂ ਤੋਂ ਬਿਨਾ ਕੋਈ ਉਸ ਜਿੰਦਰੇ ਨੂੰ ਖੋਲ ਨਹੀਂ ਸਕਦਾ। ਇੱਕ ਗੁਰੂ ਹੈ, ਅਨਹਤ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ। ਹਾਂ, ਗੁਰੂ ਤੋਂ ਬਿਨਾ ਨਹੀਂ ਇਹ ਜਿੰਦਰਾ ਖੁੱਲ ਸਕਦਾ। ਜੀ ਜਿਹੜਾ ਲੱਗਿਆ ਭਰਮ ਵਾਲਾ ਜਿੰਦਰਾ ਗੁਰਾਂ ਬਿਨਾ ਨਹੀਂ ਖੁੱਲਦਾ। 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 ਲੱਗਿਆ ਭਰਮ ਵਾਲਾ ਜਿੰਦਰਾ ਗੁਰਾਂ ਬਿਨਾ ਨਹੀਂ ਖੁੱਲਣਾ। ਲੱਗਿਆ ਭਰਮ ਵਾਲਾ ਜਿੰਦਰਾ ਗੁਰਾਂ ਬਿਨਾ ਨਹੀਂ ਖੁੱਲਣਾ। ਜਿਹੜਾ ਲੱਗਿਆ ਭਰਮ ਵਾਲਾ ਜਿੰਦਰਾ ਗੁਰਾਂ ਬਿਨਾ ਨਹੀਂ ਖੁੱਲਦਾ। 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 ਗੁਰੂ ਤੋਂ ਬਿਨਾ ਇਹ ਭਰਮ ਦਾ ਜਿੰਦਰਾ ਨਹੀਂ ਖੁੱਲ ਸਕਦਾ। ਸਾਧ ਸੰਗਤ ਜੀ, ਗੁਰੂ ਹੀ ਕਿਰਪਾ ਕਰਦਾ ਹੈ, ਇਹ ਭਰਮ ਦੂਰ ਕਰਦਾ ਹੈ, ਭਰਮ ਦਾ ਜਾਲਾ ਦੂਰ ਹੋ ਜਾਂਦਾ, ਫਿਰ ਸਭ ਕੁਝ ਸਾਫ਼ ਦਿਸਣ ਲੱਗ ਪੈਂਦਾ। ਜਿਵੇਂ ਅੱਖ ਤੇ ਜਾਲਾ ਪਿਆ ਹੋਵੇ ਨਾ, ਜਾਲਾ ਪਿਆ ਹੋਵੇ ਤੇ ਫਿਰ ਸਾਧ ਸੰਗਤ ਜੀ ਅੱਖ ਤੋਂ ਸਾਫ਼ ਦਿਸਦਾ ਨਹੀਂ ਹੁੰਦਾ। ਡਾਕਟਰ ਲੋਕ ਦਵਾਈ ਦਿੰਦੇ ਨੇ ਜਾਂ ਫਿਰ ਆਪਣੇ ਹਿਸਾਬ ਦੇ ਨਾਲ ਟ੍ਰੀਟਮੈਂਟ ਕਰਦੇ ਨੇ, ਉਹ ਜਾਲਾ ਦੂਰ ਹੋ ਜਾਂਦਾ ਹੈ, ਸਾਫ਼ ਦਿਸਣ ਲੱਗ ਪੈਂਦਾ। ਇੱਦਾਂ ਹੀ ਜਦੋਂ ਗੁਰੂ ਗਿਆਨ ਦੀ ਦਵਾਈ ਪਾਉਂਦਾ ਨਾ ਜੀ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼। ਅੰਜਨ ਕਹਿੰਦੇ ਨੇ ਸੁਰਮੇ ਨੂੰ। ਸੁਰਮਾ ਇੱਕ ਅੱਖਾਂ ਨੂੰ ਸ਼ਿੰਗਾਰਨ ਵਾਲਾ ਸੁਰਮਾ ਹੁੰਦਾ, ਇੱਕ ਸੁਰਮਾ ਦਵਾਈ ਦਾ ਵੀ ਹੁੰਦਾ। ਕਹਿੰਦੇ ਉਹ ਦਵਾਈ ਰੂਪੀ ਸੁਰਮੇ ਦੀ ਜਦੋਂ ਸਲਾਈ ਗੁਰੂ ਨੇ ਅੱਖਾਂ ਵਿੱਚ ਪਾਈ ਤਾਂ ਫਿਰ ਉਸ ਸੁਰਮੇ ਨੇ ਕੀ ਖੇਡ ਵਰਤਾਈ, ਅਗਿਆਨ ਅੰਧੇਰ ਵਿਨਾਸ਼। ਜਿਹੜਾ ਅਗਿਆਨਤਾ ਦਾ ਹਨੇਰਾ ਪਸਰਿਆ ਹੋਇਆ ਸੀ ਉਹ ਖਤਮ ਹੋ ਗਿਆ। ਸੋ ਕਬੀਰ ਸਾਹਿਬ ਜੀ ਮਹਾਰਾਜ ਦੇ ਕੋਲ ਜਿਹੜਾ ਵੀ ਆਇਆ, ਕਬੀਰ ਸਾਹਿਬ ਜੀ ਨੇ ਉਹਨੂੰ ਸੱਚ ਦਾ ਗਿਆਨ ਕਰਵਾ ਦਿੱਤਾ। 120 ਸਾਲ ਦੀ ਉਮਰ ਹੋਈ ਹੈ ਕਬੀਰ ਸਾਹਿਬ ਜੀ ਦੀ ਕੁੱਲ। ਫਿਰ ਮਗਹਰ ਦੀ ਧਰਤੀ ਤੇ ਕਬੀਰ ਸਾਹਿਬ ਜੀ ਨੇ ਆਪਣੇ ਸਰੀਰ ਦਾ ਪਰਿਤਿਆਗ, ਬਹੁਤ ਸੇਵਕ ਉਹਨਾਂ ਦੇ ਉਸ ਵੇਲੇ ਕੋਲ ਸੀਗੇ, ਤੇ ਕਬੀਰ ਸਾਹਿਬ ਜੀ ਮਹਾਰਾਜ ਨੇ ਸਾਰਿਆਂ ਨੂੰ ਸਤ ਉਪਦੇਸ਼ ਦਿੰਦਿਆਂ ਹੋਇਆਂ ਔਰ ਸਾਰਿਆਂ ਨੂੰ ਸਿੱਧੇ ਮਾਰਗ ਦੀ ਪ੍ਰੇਰਨਾ ਕਰਦਿਆਂ ਹੋਇਆਂ ਅਖੀਰ ਆਪਣੇ ਸਰੀਰ ਦਾ ਪਰਿਤਿਆਗ ਕਰ ਦਿੱਤਾ। ਗੁਰਬਾਣੀ ਦੇ ਵਿੱਚ ਵਚਨ ਆਉਂਦੇ ਨੇ, ਰਾਮ ਕਬੀਰਾ ਏਕ ਭਏ ਹੈ ਕੋਏ ਨਾ ਸਕੇ ਪਛਾਨੀ। ਨਾਮ ਜਪ ਕੇ ਕਬੀਰ ਸਾਹਿਬ ਪਰਮੇਸ਼ਰ ਦਾ ਰੂਪ ਬਣ ਗਏ, ਪਰਮੇਸ਼ਰ ਹੀ ਬਣ ਗਏ। ਤਾਂ ਉਹਨਾਂ ਪਿਆਰਿਆਂ ਦੀ ਸਿਫਤ ਆਪ ਜੀ ਸਰਵਣ ਕਰਦੇ ਆ ਰਹੇ ਹੋ। ਗੁਰੂ ਕਿਰਪਾ ਕਰੇ ਆਉਣ ਵਾਲੇ ਦਿਨਾਂ ਵਿੱਚ ਇਸੇ ਤਰ੍ਹਾਂ ਆਪਾਂ ਹੋਰ ਮਹਾਂਪੁਰਖਾਂ ਦੇ ਪਵਿੱਤਰ ਜੀਵਨਾਂ ਦੀਆਂ ਵਿਚਾਰਾਂ, ਜਿੰਨੇ ਹੋਰ ਭਗਤ ਸਾਹਿਬਾਨਾਂ ਦੇ ਜੀਵਨ ਰਹਿੰਦੇ ਹੈ, ਆਪਾਂ ਵਿਚਾਰ ਕਰਨ ਦਾ ਯਤਨ ਕਰਾਂਗੇ। ਗੁਰੂ ਕਿਰਪਾ ਦਾ ਸਦਕਾ ਮਹਾਂਪੁਰਖ ਕਿਰਪਾ ਕਰਨ ਤੇ ਆਪਾਂ ਨੂੰ ਇਹ ਸੁਭਾਗ ਸਮਾਂ ਸਤਸੰਗ ਦਾ ਬਖਸ਼ਿਸ਼ ਕਰਦੇ ਰਹਿਣ। ਆਓ ਜੀ, ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ। ਇੱਕ ਜ਼ਰੂਰੀ ਬੇਨਤੀ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਹੈ ਵੀ ਕਾਫੀ ਸੰਗਤਾਂ ਦੇ ਟੈਲੀਫੋਨ ਵੀ, ਸੁਨੇਹੇ ਵੀ ਆਪਾਂ ਕੋਈ ਹਫ਼ਤੇ ਦਾ ਇੱਕ ਦਿਨ ਸਿਮਰਨ ਦਾ ਰੱਖੀਏ, ਹਫ਼ਤੇ ਦਾ ਕੋਈ ਇੱਕ ਦਿਨ ਸਿਮਰਨ ਦਾ ਰੱਖੀਏ।
ਤੇ ਉਹਦੇ ਬਾਰੇ ਵਿਚਾਰ ਹੋਈ ਹੈ ਵੀ ਆਪਾਂ ਐਤਵਾਰ ਨੂੰ ਸਵੇਰੇ 1 ਘੰਟਾ 5 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਜਿਹੜਾ ਸਮਾਂ ਐਤਵਾਰ ਦਾ, ਉਹ ਆਪਾਂ ਸਵੇਰ ਦੇ ਟਾਈਮ ਸਿਮਰਨ ਦੇ ਵਿੱਚ ਜੁੜਿਆ ਕਰੀਏ। ਆਪ ਜੀ ਸਾਰਿਆਂ ਨੂੰ ਬੇਨਤੀ ਹੈ ਵੀ ਇਸੇ ਤਰ੍ਹਾਂ ਆਨਲਾਈਨ ਆਪਾਂ ਕੋਸ਼ਿਸ਼ ਕਰਾਂਗੇ ਵੀ ਵਧੀਆ ਤਰੀਕੇ ਦੇ ਨਾਲ ਜਿਹੜੇ ਸ਼ਾਮ ਦੇ ਦੀਵਾਨ ਚੱਲ ਰਹੇ ਨੇ ਇਹ ਤੇ ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰਨ, ਜਦੋਂ ਤੱਕ ਬਹੁਤੇ ਰੁਝੇਵੇਂ ਨਹੀਂ ਹੁੰਦੇ ਉਦੋਂ ਤੱਕ ਮਹਾਂਪੁਰਖਾਂ ਦੇ ਪਵਿੱਤਰ ਭਗਤ ਸਾਹਿਬਾਨਾਂ ਦੇ ਪਵਿੱਤਰ ਜੀਵਨਾਂ ਦੀ ਵਿਚਾਰ ਆਪਾਂ ਕਰਦੇ ਰਹੀਏ। ਤੇ ਬਾਕੀ ਐਤਵਾਰ ਦਾ ਜਿਹੜਾ ਸਮਾਂ ਹੈ ਉਹ ਸਵੇਰੇ 5 ਤੋਂ 6 ਵਜੇ ਦਾ ਸਮਾਂ ਆਪਾਂ ਰੱਖਿਆ ਕਰਾਂਗੇ। ਉਹਦੇ ਵਿੱਚ ਆਪ ਜੀ ਨੇ ਸਾਰਿਆਂ ਨੇ ਆਪ ਵੀ ਸ਼ਾਮਲ ਹੋਣਾ, ਹੋਰ ਵੀ ਸੰਗਤਾਂ ਨੂੰ ਪ੍ਰੇਰਿਤ ਕਰਕੇ, ਕਿਉਂਕਿ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਹੈ ਸਿਮਰਨ ਦੀ ਸਾਡੇ ਜੀਵਨ ਦੇ ਵਿੱਚ ਬਹੁਤ ਘਾਟ ਆ ਰਹੀ ਹੈ। ਸਿਮਰਨ ਆਪਾਂ ਕਰਦੇ ਨਹੀਂ, ਕੁਝ ਸਮੇਂ ਦਾ ਪ੍ਰਭਾਵ ਹੀ ਐਸਾ ਬਣਿਆ ਹੋਇਆ। ਸੋ ਆਪ ਜੀ ਨੇ ਜ਼ਰੂਰ ਜੁੜਨ ਦੀ ਖੇਚਲ ਕਰਨੀ। ਹੋਈਆਂ ਭੁੱਲਾਂ ਦੀ ਮਾਫੀ ਬਖਸ਼ਿਓ ਜੀ। ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।